ਜਸ ਟੀਵੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ ਹੈ। ਪੰਥਕ ਸਿਆਸਤ ਦੇ ਉੱਤੇ ਕਿੰਦੀ ਪਕੜ ਮਜ਼ਬੂਤ ਹੋਵੇ ਤੇ ਪੰਥਕ ਸਿਆਸਤ ਦੇ ਵਿੱਚ ਪਿਆ ਖਲਾਰਾ ਕੌਣ ਸਾਂਭੇਗਾ, ਇਹ ਸਵਾਲ ਇਸ ਕਰਕੇ ਪੁੱਛੇ ਜਾ ਰਹੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ संयुक्त की एक बैठक हुई है तो उस बैठक में श्रोमणी अकाली दल बादल धड़े तो यह कह सकते हैं जोड़े बागी हुए हैं या बाहर कढ़े गए हैं वो उस बैठक में शामिल होए तो चर्चा छिड़ गई है कि जोड़े बादलों तो मुनकर होंगे उन्होंने भविख नहीं होंदा गा। सवाल बहुत सारे पूछे जा रहे हैं कि बीबी जगीर कौर का भविख की होगा, जगमीत सिंह बराड़ का भविख की होगा, अजनाला परिवार का भविख की होगा। इहो जिहे सवाल जो पूछे जाते हैं तो फिर बादल कहते हैं कि जो साडे तो पासे हुंदा उहदा भविख हुंदा नहीं गा। सवाल बहुत सारे हैं तो इस सवालों पर चर्चा करांगे। सीधा सवाल पूछांगे बादलों तो बाकियां दा भविख की। सुदेव सिंह ढींडसा, जगमीत सिंह बराड़ ते जगीर कौर होरां ने क्या किया, पहला सुन ली। पिछले समय तो असीं देख रहे हैं कि साडे जिहड़े लीडर सी वो सिख ते है पर उन्हां दी सिੱਖੀ सोच नहीं है। ਹੁਣ ਅਸੀਂ ਸਾਰਿਆਂ ਨੂੰ ਇਹੀ ਅਪੀਲ ਕੀਤੀ ਹੈ ਕਿ ਲੋਕਾਂ ਦਾ ਵਿਸ਼ਵਾਸ ਪਹਿਲਾਂ ਜਿੱਤਣਾ ਪਏਗਾ ਕਿ ਅਸੀਂ ਕਰਨਾ ਕੀ ਹੈ। ਧਰਮ ਪ੍ਰਮੁੱਖਤਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਤੇ ਰਾਜਨੀਤੀ ਜਿਹੜੀ ਹੈ ਉਹ ਦੂਜੇ ਨੰਬਰ ਤੇ ਹੈ। ਰਾਜਨੀਤੀ ਵੀ ਕਰਨੀ ਹੈ ਲੇਕਿਨ ਧਰਮ ਦੇ ਆਧਾਰ ਦੇ ਉੱਤੇ। ਧਰਮ ਦਾ ਆਧਾਰ ਦਾ ਮਤਲਬ ਹੈਗਾ ਕਿ ਸਾਨੂੰ ਅਸੂਲ ਰੱਖਣੇ ਪੈਣਗੇ, ਸਾਨੂੰ ਸਿਧਾਂਤ ਰੱਖਣੇ ਪੈਣਗੇ। ਕਿਉਂਕਿ ਰੀਜਨਲ ਪਾਰਟੀ ਇੱਕੋ ਸੀ ਜਿਹੜੀ ਸੁਖਬੀਰ ਨੇ ਬਰਬਾਦ ਕਰ ਦਿੱਤੀ। ਹੁਣ ਸੁਖਬੀਰ ਨੂੰ ਅਸੀਂ ਇਕੱਲੇ ਨੂੰ ਨਹੀਂ ਕਹਿ ਸਕਦੇ ਕਿਉਂਕਿ ਵੱਡੇ ਬਾਦਲ ਸਾਹਿਬ ਵੀ ਸਾਥ ਨੇ ਉਹਨਾਂ ਦੇ। ਇਸ ਕਰਕੇ ਬਾਦਲ ਪਰਿਵਾਰ ਨੇ ਖਰਾਬ ਕਰਤੀ, ਖਤਮ ਕਰਤੀ। ਜੋ ਸਾਡੀ ਦੁਰਦਸ਼ਾ ਹੋਈ ਹੈ ਪਹਿਲਾਂ ਅਸੈਂਬਲੀ 'ਚ ਹੋਈ, ਫਿਰ ਪਾਰਲੀਮੈਂਟ 'ਚ ਹੋਈ ਹੈ ਤੇ ਹੁਣ ਫਿਰ ਪਾਰਲੀਮੈਂਟ 'ਚ ਹੋਈ ਜਿਹੜੇ ਹੋਈ ਹੈ ਉਹਨਾਂ ਦੀ। ਮੈਂ ਸਮਝਦਾ ਕਿ ਅਸੀਂ ਇੱਕ ਮਕਸਦ ਲੈ ਕੇ ਇਕੱਠੇ ਹੋ ਕੇ ਤੁਰੇ ਹਾਂ ਔਰ ਉਹਦੇ 'ਚ ਵਾਹਿਗੁਰੂ ਕਰੇ ਸਾਨੂੰ ਕਾਮਯਾਬੀ ਬਖਸ਼ੇ ਔਰ ਅਸੀਂ ਇਕਜੁੱਟ ਹੋ ਕੇ ਬਾਕੀਆਂ ਵੀ ਨਾਲ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਇਕੱਠੇ ਹੋ ਕੇ ਤੁਰੀਏ। ਇਹੀ ਕਹਿ ਦਿੱਤਾ ਕੋਰ ਕਮੇਟੀ ਦੀ ਮੀਟਿੰਗ 'ਚ, ਮੈਂ ਪ੍ਰਧਾਨ ਸਾਂ, ਮੈਂ ਪ੍ਰਧਾਨ ਹਾਂ, ਮੈਂ ਪ੍ਰਧਾਨ ਰਹਾਂਗਾ। ਉੱਥੋਂ ਸਾਰੀ ਦੁਨੀਆ ਨੂੰ ਸਪਸ਼ਟ ਹੋ ਗਿਆ ਕਿ ਇਹ ਅਸਿਮੀਲੇਸ਼ਨ ਨਹੀਂ ਹੈ, ਇਹ ਐਲੀਮੀਨੇਸ਼ਨ ਹੈ। ਅਸੀਂ ਅਸਿਮੀਲੇਸ਼ਨ ਦੀ ਪੰਥ ਦੀ ਪੋਲਿਟਿਕਸ ਕਰਨੀ ਹੈ। ਅਸੀਂ ਸਾਰਿਆਂ ਨੂੰ ਨਾਲ ਲੈ ਕੇ ਇਸ਼ੂ ਬੇਸਡ ਗੱਲ ਕਰਨੀ ਹੈ। ਪੰਜਾਬੀਅਤ ਦਾ ਵੀ ਇੱਕ ਏਜੰਡਾ ਦੇਣਾ ਹੈ, ਧਰਮ ਦਾ ਵੀ ਇੱਕ ਪੁਖਤਾ ਏਜੰਡਾ ਦੇਣਾ ਹੈ। ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ। ਵੱਡਾ ਸਵਾਲ ਸਾਡਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਆਗੂਆਂ ਦਾ ਬਾਦਲ ਮੁਕਤ ਅਕਾਲੀ ਦਲ ਹੀ ਏਜੰਡਾ ਕਿਉਂ। ਇਸੇ ਸਵਾਲ ਤੇ ਬਹਿਸ ਹੋ ਜਿਹੜਾ ਪੈਨਲ ਸਾਡੇ ਨਾਲ ਉਹ ਤੁਹਾਡਾ ਤਾਰਫ ਕਰਾਉਣੇ ਤੇ ਉਸ ਤੋਂ ਬਾਅਦ ਡਿਬੇਟ ਓਪਨ ਹੋ ਜਾਏਗੀ। ਮਾਲਵਿੰਦਰ ਸਿੰਘ ਮਾਲੀ ਪੋਲੀਟੀਕਲ ਕਮੈਂਟਰ ਨੇ। ਮਾਲੀ ਸਾਹਿਬ ਇਹ ਸਿੱਖ ਸਿਆਸਤ ਨੂੰ, ਪੰਥਕ ਸਿਆਸਤ ਨੂੰ ਬਹੁਤ ਨੇੜਿਓਂ ਦੇਖਦੇ ਆ। ਜਹਦਾ ਗੁਰਚਰਨ ਸਿੰਘ ਟੋੜਾ ਹਰਾਂ ਦੇ ਬੜੇ ਨੇੜੇ ਰਹੇ ਆ ਤੇ ਅਕਸਰ ਹੀ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਬਹੁਤ ਤਿੱਖੇ ਕਮੈਂਟ ਕਰਨ ਲਈ ਜਾਣੇ ਜਾਂਦੇ ਆ। ਮਾਲਵਿੰਦਰ ਸਿੰਘ ਮਾਲੀ ਤੁਹਾਡਾ ਬਹੁਤ ਸਵਾਗਤ ਹੈ ਸਰ, ਪੋਲੀਟੀਕਲ ਕਮੈਂਟੇਟਰ ਨੇ। ਸਰਬਜੀਤ ਸਿੰਘ ਝਿੰਜਰ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਹੈ, ਯਾਨੀ ਕਿ ਸਿੱਧੇ ਤੌਰ ਤੇ ਕਹਿ ਸਕਦੇ ਤੁਸੀਂ ਬਾਦਲ ਧੜੇ ਦੇ ਬੁਲਾਰੇ ਨੇ ਤੇ ਇਹਨਾਂ ਤੋਂ ਸਵਾਲ ਬੜੇ ਤਿੱਖੇ ਹੋਣਗੇ। ਝਿੰਜਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਦਵਿੰਦਰ ਸਿੰਘ ਸੋਢੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸਪੋਕਸਪਰਸਨ ਹੈ, ਬੜੇ ਲੰਬੇ ਸਮੇਂ ਤੋਂ ਇਸ ਸਿਆਸਤ ਦੇ ਵਿੱਚ ਇਹ ਮੋਹਰੀ ਸਫਾ ਵਿੱਚ ਸ਼ਾਮਲ ਰਹੇ ਆ ਪਰ ਸੋਢੀ ਸਾਹਿਬ ਟੀਵੀ ਡਿਬੇਟ ਵਿੱਚ ਅੱਜ ਸਾਡੇ ਨਾਲ ਪਹਿਲੀ ਵਾਰੀ ਬੈਠ ਰਹੇ ਆ। ਦਵਿੰਦਰ ਸਿੰਘ ਸੋਢੀ ਤੁਹਾਡਾ ਬਹੁਤ ਸਵਾਗਤ ਹੈ। ਗੁਰਦੀਪ ਸਿੰਘ ਗੋਸ਼ਾ ਭਾਰਤੀ ਜਨਤਾ ਪਾਰਟੀ ਸਪੋਕਸਪਰਸਨ ਹੈ। ਭਾਰਤੀ ਜਨਤਾ ਪਾਰਟੀ ਨੇ ਵੀ ਆਪਣਾ ਬੁਲਾਰਾ ਉਹ ਭੇਜਿਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਬੀਜੇਪੀ 'ਚ ਗਿਆ। ਗੋਸ਼ਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਸੋਢੀ ਸਾਹਿਬ ਤੁਹਾਨੂੰ ਕਰਨਾ ਚਾਹਾਂਗਾ। ਸੋਢੀ ਸਾਹਿਬ ਅਕਾਲੀ ਦਲ ਬਹੁਤ ਬੰਦੇ ਦੇਖੇ ਆ ਅਸੀਂ, ਪਰ ਬਾਦਲ ਸਿੱਧਾ ਸਿੱਧਾ ਕਹਿੰਦੇ ਜਿਹੜਾ ਸਾਡੇ ਤੋਂ ਮੁਨਕਰ ਹੋਇਆ ਉਹਦਾ ਭਵਿੱਖ ਹੁੰਦਾ ਨਹੀਂਗਾ। ਸੋਢੀ ਸਾਹਿਬ ਕੇਪੀ ਸਾਹਿਬ ਪਹਿਲਾਂ ਤਾਂ ਬੱਚੇ ਦਰਸ਼ਕਾਂ ਨੂੰ ਮਾਤਾ ਗੋਸ਼ਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਜਦੋਂ ਪਹਿਲਾਂ ਕਿਤੇ ਅਕਾਲੀ ਦਲ ਬਣਦੇ ਸੀ ਉਦੋਂ ਕੁਝ ਸਥਿਤੀ ਉਲਟ ਹੁੰਦੀ ਸੀ। ਅੱਜ ਸਥਿਤੀ ਏਦਾਂ ਦੀ ਹੈ ਕਿ ਜਿਵੇਂ ਸੁਰਜੀਤ ਸਿੰਘ ਬਰਨਾਲਾ ਨੇ ਗਲਤੀ ਕੀਤੀ ਸੀ ਬਲੈਕ ਥੰਡਰ ਵੇਲੇ, ਉਹਨੇ ਦਰਬਾਰ ਸਾਹਿਬ 'ਚ ਪੁਲਿਸ ਵਾੜੀ ਸੀ ਤੇ ਅੱਜ ਸੁਖਬੀਰ ਸਿੰਘ ਬਾਦਲ ਨੇ ਜਾਪ ਕਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸ਼ਹਿ ਦਿੱਤੀ, ਜਿਨ੍ਹਾਂ ਨੇ ਉਹਨਾਂ ਨੂੰ ਮੁਕਤ ਦਿੱਤੀ। ਬਾਬਾ ਸਰਸੇ ਵਾਲੇ ਬਾਬੇ ਨੂੰ ਮੁਕਤੀ ਦਿੱਤੀ, ਉਹਨੂੰ ਮਾਫ ਕਰਨ ਦੀ ਕੋਸ਼ਿਸ਼। ਸੋਢੀ ਸਾਹਿਬ ਮਾਫ ਕਰਨਾ। ਸੋਢੀ ਸਾਹਿਬ ਮੈਂ ਜਲਦੀ ਇੰਟਰਪਟ ਕਰ ਰਿਹਾ ਤੁਹਾਨੂੰ। ਸੋਢੀ ਸਾਹਿਬ ਇਹ ਜਿਨ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ ਨਾ ਜਿਹੜੇ ਮੁੱਦਿਆਂ ਦਾ, ਉਦੋਂ ਇਹ ਸਾਰੇ ਨਾਲ ਹੀ ਸੀਗੇ, ਉਦੋਂ ਕਿਹੜੀ ਕੁਰਸੀ ਛੱਡੀ ਇਹਨਾਂ ਨੇ? ਨਹੀਂ, ਉਦੋਂ ਇਹ ਕਰਦੇ ਰਹੇ ਆ, ਪਰ ਮੇਰੀ ਗੱਲ ਪਹਿਲਾਂ ਸੁਣੋ। ਅੱਜ ਦੀ ਸਥਿਤੀ, ਅੱਜ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਦੀ ਉਹ ਸਥਿਤੀ ਆ ਜਿਹੜੀ ਸੁਰਜੀਤ ਸਿੰਘ ਬਰਨਾਲਾ ਨੇ ਬਲੈਕ ਥੰਡਰ ਵੇਲੇ ਗਲਤੀ ਕੀਤੀ ਸੀ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਵੀ ਵੱਖਰਾ ਅਕਾਲੀ ਦਲ ਬਣਾ ਕੇ ਤੀਰ ਕਮਾਨ ਚੋਣ ਨਿਸ਼ਾਨ ਤੇ ਚੋਣਾਂ ਲੜੀਆਂ ਸੀ। ਹੌਲੀ ਹੌਲੀ ਉਦੋਂ ਵੀ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਹਾਰ ਦਾ ਮੂੰਹ ਵੇਖਣਾ ਪਿਆ ਤੇ ਹੌਲੀ ਹੌਲੀ
ਜਿਹੜੇ ਲੋਕ ਸਮਝਦੇ ਤੇ ਅਕਾਲੀ ਦਲ ਦੇ ਨਾਲ ਹੋ ਗਏ। ਅੱਜ ਵੀ ਹੁਣ ਇਸੇ ਤਰ੍ਹਾਂ ਹੀ ਅਕਾਲੀ ਦਲ ਕੇਪੀ ਸਾਹਿਬ ਜਿਹੜੇ ਲੋਕ ਅਕਾਲੀ ਦਲ ਛੱਡ ਕੇ ਇੱਕ ਅਕਾਲੀ ਦਲ ਨੂੰ ਸਰਜੀਤ ਕਰਨਾ ਚਾਹੁੰਦੇ ਆ। ਲੋਕ ਅਕਾਲੀ ਦਲ ਦੇ ਖਿਲਾਫ ਨਹੀਂ ਆ, ਪੰਜਾਬ ਦੇ ਲੋਕ ਬਾਦਲ ਪਰਿਵਾਰ ਦੇ ਖਿਲਾਫ ਹੈ। ਬਾਦਲ ਪਰਿਵਾਰ ਦਾ ਨਾਂ ਨਹੀਂ ਸੁਣਨਾ ਚਾਹੁੰਦੇ। ਔਰ ਜੇ ਕੋਈ ਲੀਡਰ ਉੱਠ ਕੇ ਗੱਲ ਕਰਦਾ ਮੀਟਿੰਗ ਦੇ ਵਿੱਚ ਕਿ ਬਾਦਲ ਸਾਹਿਬ ਤੁਹਾਡਾ ਨਾਂ ਨਹੀਂ ਸੁਣਨਾ ਚਾਹੁੰਦੇ, ਤੁਸੀਂ ਇੱਕ ਵਾਰੀ ਰਿਜ਼ਾਈਨ ਕਰ ਦਿਓ, ਅਸਤੀਫਾ ਦੇ ਦਿਓ, ਅਕਾਲੀ ਦਲ ਨੂੰ ਛੱਡ ਦਿਓ ਤਾਂ ਕਿ ਪੰਥ ਅਤੇ ਪੰਜਾਬ ਦਾ ਕੁਝ ਭਲਾ ਹੋ ਜਾਵੇ, ਤਾਂ ਉਹਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਜਾਂ ਉਹਨੂੰ ਤੇ ਤਰ੍ਹਾਂ ਦੇ ਦੋਸ਼ ਲਾਏ ਜਾਂਦੇ ਆ। ਇਹ ਕਾਂਗਰਸ ਦੀ ਬੋਲੀ ਬੋਲ ਰਿਹਾ ਜਾਂ ਇਹ ਬੀਜੇਪੀ ਦੀ ਬੋਲੀ ਬੋਲ ਰਿਹਾ। ਤੁਹਾਨੂੰ ਤਾਂ ਹੁਣ ਵੀ ਬੀਜੇਪੀ ਦੀ ਬੀ ਟੀਮ ਕਿਹਾ ਜਾਂਦਾ ਹੈ। ਬੀ ਟੀਮ ਬਾਦਲ ਸਾਹਿਬ ਤਾਂ ਹੁਣ ਵੀ ਬਿਆਨ ਦੇ ਕੇ ਪਿੱਛੇ ਜਿਹੇ ਹਟੇ ਆ ਕਿ ਮੇਰੇ ਚਾਹੁੰਦੇ ਜੀ ਸੁਖਬੀਰ ਬੀਜੇਪੀ ਨੂੰ ਨਾ ਛੱਡਿਆ ਜਾਵੇ। ਪ੍ਰਕਾਸ਼ ਸਿੰਘ ਬਾਦਲ ਕਹਿੰਦੇ 9 ਮਾਸ ਦਾ ਰਿਸ਼ਤਾ ਹੈ ਸਾਡਾ। ਹੁਣੇ ਰਾਸ਼ਟਰਪਤੀ ਚੋਣਾਂ ਆਈਆਂ, ਵੋਟ ਕਿੰਨੇ ਪਾਈ ਆ ਬੀਜੇਪੀ ਨੂੰ? ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਪਾਈਆਂ, ਸੁਖਬੀਰ ਹੋਰਾਂ ਨੇ ਵੋਟਾਂ ਪਾਈਆਂ। ਇਹਨਾਂ ਦਾ ਆਲੀ ਬਾਗੀ ਹੋ ਕੇ ਉਹਨੇ ਕਿਹਾ ਮੈਂ ਵੋਟ ਨਹੀਂ ਪਾਉਣੀ। ਤਾਂ ਜੇ ਅਸੀਂ ਬੀ ਟੀਮ ਆ ਤਾਂ ਇਹ ਕੀ ਹੈ? ਚਲੋ ਮੈਂ ਵਾਪਸ ਆ ਜਾਊਗਾ ਮਿਸਟਰ ਸੋਢੀ। ਮਾਲਵੀ ਸਿੰਘ ਮਾਲੀ ਸਾਹਿਬ, ਇਹ ਕਿਹੜੀ ਸਿਆਸਤ ਹੋ ਰਹੀ ਹੈ? ਸਾਨੂੰ ਸਮਝ ਨਹੀਂ ਆ ਰਹੀ। ਕੋਈ ਕਹਿੰਦਾ ਢੀਂਡਸਾ ਸਾਹਿਬ ਦਿੱਲੀ ਲਈ ਇੱਕ ਪਲੇਟਫਾਰਮ ਤਿਆਰ ਕਰਦੇ ਪਏ ਆ ਪੰਜਾਬ ਦੇ ਵਿੱਚ ਕਿ ਬਾਦਲ ਪਰਿਵਾਰ ਹੈ ਜਿਹੜਾ ਉਹ ਬੀਜੇਪੀ ਨਾਲ ਸਾਂਝ ਨਹੀਂ ਪਾਉਣਾ ਚਾਹੁੰਦਾ ਗਾ। ਬਾਦਲ ਪਰਿਵਾਰ ਤਾਂ ਪਾਉਣਾ ਚਾਹੁੰਦਾ, ਹੋ ਸਕਦਾ ਬੀਜੇਪੀ ਨਾ ਪਾਉਣਾ ਚਾਹੁੰਦੀ ਹੋਵੇ। ਮਾਲੀ ਸਾਹਿਬ, ਇਹ ਅਕਾਲੀ ਦਲ ਇੱਕ ਵੱਖਰੇ ਤੌਰ ਤੇ ਪੰਥਕ ਸਿਆਸਤ ਦੇ ਵਿੱਚ ਢੀਂਡਸਾ ਧੜੇ ਨੂੰ ਅੱਗੇ ਕਰਕੇ ਬਾਦਲਾਂ ਦਾ ਬਦਲ ਬਣਨਾ ਚਾਹ ਰਿਹਾ। ਮਾਲੀ ਸਾਹਿਬ ਦੇਖੋ ਜੀ, ਅਸਲ 'ਚ ਸਮੱਸਿਆ ਇਹ ਨਹੀਂ ਜਿਹੜੀ ਡਿਸਕਸ ਕੀਤੀ ਜਾ ਰਹੀ ਆ। ਸਮੱਸਿਆ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਆਨੰਦਪੁਰ ਸਾਹਿਬ ਦੇ ਮਤੇ ਲਈ ਲੜਾਈ ਲੜੀ, ਵੱਡਾ ਸੰਘਰਸ਼ ਸੀ ਜਿਹੜਾ ਸ਼ੁਰੂ ਕੀਤਾ, ਹਕੂਮਤ ਜ਼ਬਰ ਦੇ ਨਾਲ, ਧੋਖੇ ਦੇ ਨਾਲ ਉਹਨੂੰ ਕੁਚਲਿਆ। 1996 ਚ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਦਾ ਰੂਪ ਦਿੱਤਾ ਗਿਆ, ਪੰਜਾਬੀ ਪਾਰਟੀ ਬਣਾਉਣੀ ਆਪਣੇ ਆਪ 'ਚ ਕੋਈ ਗਲਤ ਨਹੀਂ। ਜਦੋਂ ਅਕਾਲੀ ਦਲ ਨੇ ਆਪਣੇ ਸਿਧਾਂਤ ਛੱਡਤੇ, ਆਪਣੇ ਅਸੂਲ ਛੱਡਤੇ, ਪੰਜਾਬ ਦੇ ਹੱਕਾਂ ਲਈ ਲੜਾਈ ਦੇ ਮੁੱਦੇ ਛੱਡਤੇ, ਸਿੱਖਾਂ ਦੀ ਬਿਹਤਰੀ ਲਈ ਕੀ ਕੀਤਾ ਜਾ ਸਕਦਾ ਉਹ ਛੱਡਤਾ, ਤੇ ਇੰਨੇ ਸਾਲ ਗੱਲ ਸ਼ੁਰੂ ਹੋਈ ਬਸਪਾ ਨਾਲੋਂ ਇੱਕ ਤਰਫਾ ਨਾਤਾ ਤੋੜ ਕੇ ਭਾਜਪਾਈ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਦੀ। ਇੰਨੇ ਸਾਲ ਇਹਨਾਂ ਨੇ ਰਾਸ਼ਟਰਵਾਦੀ ਸਿਆਸਤ ਕੀਤੀ ਆ, ਨਾ ਉਹਦੇ ਵਿੱਚ ਕਿਤੇ ਖੇਤਰੀ ਸਿਆਸਤ ਆ, ਨਾ ਉਹ ਕਿਤੇ ਪੰਥਕ ਸਿਆਸਤ ਆ। ਇਸੇ ਸਮੇਂ ਦੌਰਾਨ ਜਥੇਬੰਦੀ ਆ ਜਿਹੜੀ, ਜਦੋਂ ਲਾਈਨ ਬਦਲ ਲਈ ਨਾਲ ਦੀ ਨਾਲ ਜਥੇਬੰਦਕ ਢਾਂਚਾ ਬਦਲ ਗਿਆ। ਉਹ ਵੇਲਾ ਹੁੰਦਾ ਸੀ ਜਦੋਂ ਜ਼ਿਲ੍ਹੇ ਦੇ ਜਥੇਦਾਰ ਦੀ ਤੂਤੀ ਬੋਲਦੀ ਹੁੰਦੀ, 21 ਮੈਂਬਰੀ ਵਰਕਿੰਗ ਕਮੇਟੀ ਹੁੰਦੀ, ਜਦੋਂ ਮੀਟਿੰਗ ਹੁੰਦੀ, ਡਿਸਕਸ਼ਨਾਂ ਹੁੰਦੀਆਂ ਤੇ ਗੱਲ ਨਿੱਤਰਦੀ ਹੁੰਦੀ। ਹੁਣ ਕੀ ਕਰਤਾ ਜੀ, ਇੰਨੇ ਸੀਨੀਅਰ ਮੀਤ ਪ੍ਰਧਾਨ, ਇੰਨੇ ਉਹ ਮੀਤ ਪ੍ਰਧਾਨ, ਇੱਕ ਕੌਂਸਲ ਬਣਾ ਲਈ ਜੀ, ਇੱਕ ਕੋਰ ਕਮੇਟੀ ਬਣਾ ਲਈ ਜੀ, 345 ਜਥੇਬੰਦਕ ਢਾਂਚਾ ਸੀ ਜਿਹੜਾ ਉਹ ਪੰਗੂ ਕਰਤਾ। ਸਾਰੀ ਤਾਕਤ ਆ ਜਿਹੜੀ ਉਹ ਪ੍ਰਕਾਸ਼ ਸਿੰਘ ਬਾਦਲ ਦੇ ਹੱਥ 'ਚ। ਚਲੋ ਮਾਲੀ ਸਾਹਿਬ, ਮੈਂ ਤੁਹਾਡੀ ਗੱਲ ਮੰਨ ਲਈ, ਬਾਦਲ ਪਰਿਵਾਰ ਦੇ ਹੱਥ ਸਾਰੀ ਤਾਕਤ ਚਲੀ ਗਈ। ਤੁਸੀਂ ਜਥੇਬੰਦਕ ਢਾਂਚੇ ਦਾ ਜ਼ਿਕਰ ਕਰਦੇ ਪਏ ਹੋ। ਢੀਂਡਸਾ ਸਾਹਿਬ ਰਾਸ਼ਟਰਵਾਦੀ ਪੋਲਿਟਿਕਸ ਕਰਦੇ ਆ, ਕਿਹੜੀ ਖੇਤਰੀ ਪੋਲਿਟਿਕਸ ਕਰਦੇ ਆ? ਦੇਖੋ, ਇਹ ਜਿਹੜੇ ਬਾਦਲ ਨਾਲ ਹੁਣ ਅੱਡ ਹੋਏ ਨੇ, ਇਹਨਾਂ ਨਾਲ ਬਾਦਲ ਸਾਹਿਬ ਨਾਲ ਲਾਈਨ ਦਾ ਕੀ ਰੌਲਾ, ਸਿਆਸਤ ਦਾ ਕੀ ਰੌਲਾ, ਸਮਝ ਦਾ ਕੀ ਰੌਲਾ? ਜਿਹੜੀਆਂ ਗੱਲਾਂ ਮੈਂ ਕਹਿਣਾ ਵੀ ਬਾਦਲ ਅਕਾਲੀ ਦਲ ਇਹ ਕਰ ਗਿਆ, ਇਹ ਸਾਰੇ ਉਹਦੇ ਵਿੱਚ ਭਾਈਵਾਲ ਰਹੇ ਨੇ। ਇਸੇ ਕਰਕੇ ਅਕਾਲੀ ਇਤਿਹਾਸ ਦੇ ਵਿੱਚ ਜਾਂ ਪੰਥਕ ਸ਼ਕਤੀ ਦੇ 4 ਕੇਂਦਰ ਹੁੰਦੇ ਸੀ ਜੀ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤੇ ਪੰਜਾਬ ਦਾ ਮੁੱਖ ਮੰਤਰੀ। ਉਹ 4 ਕੇਂਦਰ ਸੀ ਜਿਹੜੇ ਉਹ ਡਿਮੋਲਿਸ਼ ਕਰਕੇ ਢਾਹ ਕੇ ਇੱਕ ਕੇਂਦਰ ਬਣ ਗਿਆ, ਤਾਕਤਾਂ ਦਾ ਕੇਂਦਰੀਕਰਨ ਹੋ ਗਿਆ। ਇਸ ਕਰਕੇ ਪੰਜਾਬ ਦੇ ਖੇਤਰੀ ਪਾਰਟੀ ਦੀ ਵੀ ਲੋੜ ਆ, ਕਿਉਂਕਿ ਅਕਾਲੀ ਦਲ ਉਹ ਰੋਲ ਛੱਡ ਗਿਆ। ਪੰਜਾਬ 'ਚ ਬਦਲ ਸਿਆਸਤ ਦੀ ਵੀ ਲੋੜ ਆ, ਕਿਉਂਕਿ ਲੋਕਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਖੁਰਚ ਕੇ ਰੱਖਤੀਆਂ। ਇਸ ਪੱਖੋਂ ਜੇ ਆਪਾਂ ਦੇਖਿਆ ਜਾਵੇ ਤਾਂ ਢੀਂਡਸਾ ਸਾਹਿਬ, ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦੀ ਚੋਣ ਵੇਲੇ ਕਈ ਵਧੀਆ ਮੁੱਦੇ ਬਾਰੇ, ਇਹਨਾਂ ਦਾ ਸ਼੍ਰੋਮਣੀ ਕਮੇਟੀ ਦੀ ਚੋਣ ਨਾਲ ਵੀ ਤਾਲੁਕ ਸੀ। ਇਹਨਾਂ ਦਾ ਏਜੰਡਾ ਇਹ ਵੀ ਅਕਾਲ ਤਖਤ ਦੇ ਜਥੇਦਾਰ ਦੇ ਜਿਹੜਾ ਰੁਤਬਾ ਸ਼ਾਖਾ ਨੂੰ ਬਹਾਲ ਕਰਨਾ, ਉਹਨਾਂ ਦੇ ਹੁਕਮ ਲਾਗੂ ਕਰਦੇ ਉਹ ਮੰਨਣੇ ਆ। ਉਹ ਬੰਦੇ ਵੱਧ ਹੋ ਜਾਣ, ਬੰਦੇ ਘੱਟ ਹੋ ਜਾਣ। ਅਕਾਲੀ ਦਲ ਬਾਦਲ ਉਹਦੀ ਸ਼ਕਤੀਸ਼ਾਲੀ ਰਿਹਾ ਜਦੋਂ ਇਹ ਲੜਦਾ ਰਿਹਾ, ਜਾਂ ਇਹ ਸਰਕਾਰ 'ਚ ਰਿਹਾ,
ठीक है। ਹੁਣ ਤਾਂ ਨਾ ਇਹਦੇ ਪੱਲੇ ਲੜਾਈ ਆ, ਨਾ ਇਹਦੇ ਪੱਲੇ ਸਿਆਸੀ ਤਾਕਤ ਆ। चलो मैं वापस आ रहा माली साहब वापस आ रहा एक छोटा ब्रेक लूंगा, ब्रेक तो वापस आऊंगा। मुद्दा बहुत गंभीर हैगा, श्रोमणी अकाली दल विच कितनियां मंडियां पैणगियां, किते अकाली दल खाली तो नहीं हो जाएगा, सवाल बहुत महत्वपूर्ण है। वापस आ रहा एक बार फिर तुहाडा स्वागत करते हैं। तो बड़ा सवाल तुहाडे सामने पिया, श्रोमणी अकाली दल तो बाकी होए आगुआं दा बादल मुक्त अकाली दल ही एजेंडा क्यों? झिंजर साहब, ये सारे बादल परिवार तो औखे है, ਤੇ ਬਾਦਲ ਪਰਿਵਾਰ ਤੋਂ ਔਖੇ ਹੋਣ ਦਾ ਮਤਲਬ ਹੈ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲੱਗ ਰਹੀ ਹੈ। ਝਿੰਜਰ ਸਾਹਿਬ, ਇਹ ਪਾਰਟੀ ਕਿਉਂ ਨਹੀਂ ਸਮਝਦੀ ਵੀ ਜਗਮੀਤ ਬਰਾੜ ਪ੍ਰੈਸ ਕਾਨਫਰੰਸ ਵਿੱਚ ਇਹ ਗੱਲ ਕਹਿ ਰਹੇ ਹੈ ਕਿ ਮੈਂ ਪ੍ਰਧਾਨ ਸਾਂ, ਪ੍ਰਧਾਨ ਹਾਂ ਤੇ ਪ੍ਰਧਾਨ ਰਹੂੰਗਾ। ਤੇ ਜਗਮੀਤ ਬਰਾੜ ਜੀ ਕਾਦੇ ਪ੍ਰਧਾਨ ਰਹਿਣਗੇ? ਉਹਨਾਂ ਨੇ ਬਾਦਲ ਪਰਿਵਾਰ ਤੇ ਨਿਸ਼ਾਨਾ ਸਾਧਿਆ, ਸਿੱਧਾ ਕੋਰ ਕਮੇਟੀ ਦੀ ਬੈਠਕ ਦਾ ਜ਼ਿਕਰ ਕਰਦੇ ਪਏ ਸੀ। ਉਹ ਕੇਪੀ ਜੀ, ਕੋਰ ਕਮੇਟੀ ਨੇ ਸਾਰੀ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਪ੍ਰਧਾਨ ਚੁਣਿਆ। ਕੋਰ ਕਮੇਟੀ ਉਹ ਚੁਣਦੀ ਹੈ ਨਾ, ਜਾਂ ਜਿਹੜੀ ਵਰਕਿੰਗ ਕਮੇਟੀ ਆ, ਉਹ ਸਾਰਿਆਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਪ੍ਰਧਾਨ ਮੰਨਿਆ। ਦੇਖੋ, ਗੱਲ ਇੱਕ ਸਮਝਣ ਦੀ ਆ, ਜਿਹੜੇ ਆਗੂਆਂ ਦੀ ਲੈ ਕੇ ਆਪਾਂ ਅੱਜ ਚਰਚਾ ਕਰ ਰਹੇ ਹਾਂ ਕਿ ਇਹ ਅਕਾਲੀ ਦਲ ਬਾਦਲ ਧੜਾ ਨਹੀਂ, ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਛੱਡਿਆ। ਬਾਦਲ ਸਾਹਿਬ ਦਾ ਪ੍ਰਧਾਨ ਨੇ, ਪ੍ਰਧਾਨ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਬਦਲਦੇ ਰਹੇ ਨੇ ਸਮੇਂ-ਸਮੇਂ ਨਾਲ, ਤੇ ਪਹਿਲਾਂ ਕੋਈ ਪ੍ਰਧਾਨ ਹੋਰ ਸੀ, ਹੁਣ ਸੁਖਬੀਰ ਸਿੰਘ ਬਾਦਲ ਨੇ, ਕੱਲ ਨੂੰ ਕੋਈ ਹੋਰ ਵੀ ਹੋ ਸਕਦਾ। ਪਰ ਇਹਨਾਂ ਨੇ, ਮੈਂ ਸਿੱਧੇ ਰੂਪ ਵਿੱਚ ਕਹਾਂਗਾ ਕਿ ਜਿਹੜੇ ਇਹ ਸੀਨੀਅਰ ਲੀਡਰ ਗਏ ਨੇ, ਦੇਖੋ ਸਾਡੇ ਸਤਿਕਾਰਯੋਗ ਨੇ, ਸਾਡੇ ਵਿੱਚ ਰਹੇ ਨੇ, ਪਰ ਇਹਨਾਂ ਨੇ ਪਿੱਠ ਦੇ ਵਿੱਚ ਛੁਰਾ ਮਾਰਿਆ ਹੁਣ ਪਾਰਟੀ ਦੇ। ਜਦੋਂ ਤਾਂ ਪਾਰਟੀ ਸੱਤਾ ਦੇ ਵਿੱਚ ਸੀਗੀ, ਜਦੋਂ ਆਨੰਦ ਲੈਣੇ ਸੀ, ਜਦੋਂ ਢੀਂਡਸਾ ਸਾਹਿਬ ਨੇ ਰਾਜ ਸਭਾ ਮੈਂਬਰੀ ਲੈਣੀ ਸੀ, ਜਦੋਂ ਆਪਣੇ ਪੁੱਤਰ ਨੂੰ ਖਜ਼ਾਨਾ ਮੰਤਰੀ ਬਣਾਉਣਾ ਸੀ, ਜਦੋਂ ਬੀਬੀ ਜਗੀਰ ਕੌਰ ਜੀ ਨੇ ਮੰਤਰੀ ਬਣਨਾ ਸੀ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨਾ ਸੀ, ਉਦੋਂ ਇਹਨਾਂ ਨੂੰ ਕੁਝ ਨਹੀਂ ਦਿਖਦਾ ਸੀ। ਉਦੋਂ ਇਹਨਾਂ ਨੂੰ ਕੋਈ ਕਮੀ ਅਕਾਲੀ ਦਲ ਵਿੱਚ ਨਹੀਂ ਦਿਖਦੀ ਸੀ। ਉਦੋਂ ਇਹਨਾਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵਿੱਚ ਕੋਈ ਕਮੀ ਨਹੀਂ ਦਿਖਦੀ ਸੀ। ਢੀਂਡਸਾ ਸਾਹਿਬ ਨੇ ਤਾਂ ਜਦੋਂ ਪਹਿਲੀ ਵਾਰੀ ਪ੍ਰਧਾਨ ਬਣੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ, ਇਹਨਾਂ ਨੇ ਆਪ ਤਾਇਦ ਕੀਤੀ ਸੀ ਉਹਦੀ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਨਾ ਚਾਹੀਦਾ। ਸੋ ਜਦੋਂ ਸੱਤਾ ਦੇ ਬਾਹਰ ਗਏ ਆ ਅਕਾਲੀ ਦਲ, ਸੱਤਾ ਦੇ ਬਾਹਰ ਜਦੋਂ ਕੋਈ ਪਾਰਟੀ ਕੇਪੀ ਜੀ ਜਾਂਦੀ ਹੈ ਤਾਂ ਕੁਝ ਆਗੂ ਫਿਰ ਜਿਹੜੇ ਸੱਤਾ ਦੇ ਵਿੱਚ ਰਹਿਣ ਦੇ ਆਦੀ ਹੋ ਜਾਂਦੇ ਨੇ, ਉਹ ਫਿਰ ਕਈ ਵਾਰੀ ਆਪੋਜੀਸ਼ਨ ਦੇ ਵਿੱਚ ਨਹੀਂ ਰਹਿ ਕੇ ਰਾਜੀ ਹੈਗੇ, ਉਹ ਬਾਹਰ ਚਲੇ ਜਾਂਦੇ ਨੇ। ਬਾਕੀ ਮਾਲੀ ਸਾਹਿਬ ਦੇਖੋ, ਅੱਜ ਅੱਗੇ ਤਾਂ ਇਹ ਮੈਂ ਸੁਣਦਾ ਹੁੰਦਾ ਸੀ, ਮਾਲੀ ਸਾਹਿਬ ਬੀਬੀ ਜਗੀਰ ਕੌਰ ਜੀ ਦੇ ਢੀਂਡਸਾ ਸਾਹਿਬ ਦੇ ਬੜੇ ਨੁਕਸ ਕੱਢਦੇ ਸੀ, ਪਰ ਜਦੋਂ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਚਾਲਾਂ ਚੱਲ ਰਹੇ ਨੇ, ਅੱਜ ਇਹਨਾਂ ਨੂੰ ਚੰਗੇ ਲੱਗਣ ਲੱਗੇ। ਉਹ ਮੈਂ ਤਾਂ ਹੈਰਾਨ ਹਾਂ ਕਿ ਨਹੀਂ ਝਿੰਜਰ ਸਾਹਿਬ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ, ਉਹਨਾਂ ਨੇ ਝਿੰਜਰ ਸਾਹਿਬ ਸੁਣ ਤਾਂ ਲਓ ਨਾ, ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਕੁਝ ਚੰਗੇ ਮੁੱਦੇ ਉਭਾਰੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਪ੍ਰਧਾਨਗੀ ਦੀ ਚੋਣ ਤੇ ਉਹਦੇ ਦੌਰਾਨ ਚੋਣ ਸੀਗੀ, ਉਹ ਉਹਨਾਂ ਨੇ ਜ਼ਿਕਰ ਕੀਤਾ। ਪਰ ਅੱਗੇ ਮੈਂ ਇਹਨਾਂ ਦੇ ਮੁਖ ਤੋਂ ਕਦੇ ਉਹਨਾਂ ਪ੍ਰਤੀ ਕਦੇ ਵੀ ਕੋਈ ਗੱਲ ਨਹੀਂ ਸੁਣੀ ਕੋਈ ਨਰਮਾਈ ਵਾਲੀ। ਪਰ ਇਹ ਇੰਨੀ ਨਰਮਾਈ ਕਿਉਂ ਆ ਗਈ ਇੱਕਦਮ? ਕਿਉਂਕਿ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਨੇ, ਉਹ ਸਾਰੀਆਂ ਇਕਜੁੱਟ ਹੁੰਦੀਆਂ ਜਾ ਰਹੀਆਂ ਨੇ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਮਤਲਬ ਹੈ ਪੰਜਾਬ ਦੀ ਇੱਕੋ ਇੱਕ ਪਾਰਟੀ ਹੈ ਜਿਹੜੀ ਖੇਤਰੀ, ਜਿਹੜੀ ਪੰਜਾਬ ਤੇ ਪੰਜਾਬੀਅਤ ਨੂੰ ਲੈ ਕੇ ਏਜੰਡੇ ਲੈ ਕੇ ਚੱਲਦੀ ਆ। ਠੀਕ ਹੈ, ਸਰਕਾਰਾਂ ਰਹਿੰਦੇ, ਮੈਂ ਨਹੀਂ ਕਹਿੰਦਾ ਕੁਝ ਖਮੀਆਂ ਵੀ ਰਹੀਆਂ ਹੋਣਗੀਆਂ, ਪਰ ਜੇ ਪੰਜਾਬ ਤੇ ਪੰਜਾਬੀਅਤ ਲਈ ਸਭ ਤੋਂ ਵੱਧ ਜੇ ਕਿਸੇ ਨੇ ਕੋਈ ਮੁੱਦੇ ਚੱਕੇ ਨੇ, ਪੰਜਾਬ ਲਈ ਸੰਘਰਸ਼ ਲੜਿਆ, ਪੰਜਾਬ ਲਈ ਕੁਰਬਾਨੀਆਂ ਕੀਤੀਆਂ ਨੇ ਤੇ ਕਰੂਗਾ, ਸਿਰਫ ਤੇ ਸਿਰਫ ਪੰਜਾਬ ਤੇ ਪੰਜਾਬੀਆਂ ਦੀ ਇੱਕੋ ਪਾਰਟੀ ਸ਼੍ਰੋਮਣੀ ਅਕਾਲੀ ਦਲ। ਝਿੰਜਰ ਸਾਹਿਬ, ਮਾਲੀ ਸਾਹਿਬ ਦੇ ਕਹਿਣ ਨਾਲ ਨਾ ਤਾਂ ਅਕਾਲੀ ਦਲ ਦਾ ਬੂਟਾ ਹਰਾ ਹੋਣਾ ਤੇ ਨਾ ਸੜਨਾ ਹੈ। ਇਹ ਤਾਂ ਅਕਾਲੀ ਦਲ ਨੂੰ ਸਵੈ ਪੜਚੋਲ ਕਰਨੀ ਪੈਣੀ ਹੈ ਨਾ, ਕਿ ਕਿੱਥੇ ਕਮੀ ਹੈ। ਬਾਦਲ ਪਰਿਵਾਰ ਤੋਂ ਹੀ ਕਿਉਂ ਔਖੇ ਆ ਜਿਹੜੇ ਲੋਕ ਤੁਹਾਡੇ ਤੋਂ ਜੁਦਾ ਹੋ ਰਹੇ ਆ, ਪਾਸੇ ਹੋ ਰਹੇ ਆ? ਕੇਪੀ ਜੀ, ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਿ ਇਹ ਬੰਦੇ ਜਦੋਂ ਜਿਹੜੇ ਬਾਦਲ ਕਹਿੰਦੇ ਨੇ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਔਖੇ ਆ, ਜਦੋਂ ਸਰਕਾਰ ਸੀ ਫਿਰ ਉਦੋਂ ਕਿਉਂ ਨਹੀਂ ਬੋਲੇ? ਉਦੋਂ ਗੱਲ ਕਰਦੇ ਨਾ, ਜਦੋਂ ਮੰਤਰੀ ਸੀਗੇ, ਰਾਜ ਸਭਾ ਮੈਂਬਰ ਸੀਗੇ, ਪ੍ਰਧਾਨ ਸੀਗੇ, ਉਦੋਂ ਕਿਉਂ ਨਹੀਂ ਬੋਲੇ? ਤੁਸੀਂ ਆਪ ਵੀ ਦੇਖੋ, ਤੁਸੀਂ ਕੇਪੀ ਜੀ, ਤੁਸੀਂ ਆਪ ਵੀ ਜਦੋਂ ਸੋਢੀ ਸਾਹਿਬ ਗੱਲ ਕਰ ਰਹੇ ਸੀ, ਤੁਸੀਂ ਵੀ ਇਹ ਗੱਲ ਵਧੀਆ ਟੋਕੀ ਕਿ ਜਦੋਂ ਸਰਕਾਰਾਂ ਦੇ ਆਨੰਦ ਲੈ ਰਹੇ ਸੀ ਉਦੋਂ ਕਿਉਂ ਨਹੀਂ ਕਮੀਆਂ ਦਿਖਦੀਆਂ? ਕਮੀਆਂ ਸਰਕਾਰ ਜਾਣ ਤੋਂ ਬਾਅਦ ਹੀ ਕਿਉਂ ਦਿਖੀਆਂ? ਚਲੋ ਗੋਸ਼ਾ ਜੀ ਇੱਕ ਚਰਚਾ ਹੈ, ਬੜੇ ਸਿੱਧਾ ਸਵਾਲ ਮੈਂ ਕਰ ਰਿਹਾ ਤੁਹਾਨੂੰ। ਬੀਜੇਪੀ ਇਹ ਚਾਹੁੰਦਾ ਕਿ ਬਾਦਲ ਪਰਿਵਾਰ ਤੋਂ ਇਲਾਵਾ ਅਸੀਂ ਗੱਠਜੋੜ ਕਰੀਏ ਤੇ ਇਹੋ ਜਿਹਾ ਧੜਾ ਤਿਆਰ ਹੋਵੇ, ਚਾਹੇ ਉਹਦੇ ਵਿੱਚ ਮਿਸਟਰ ਢੀਂਡਸਾ ਹੋਣ ਤੇ ਚਾਹੇ ਕੋਈ ਹੋਰ ਹੋਵੇ। ਗੁਰਦੀਪ ਸਿੰਘ ਗੋਸ਼ਾ, ਇਸ ਚਰਚਾ ਵਿੱਚ ਕਿੰਨਾ ਦਮ ਹੈ? ਕੇਪੀ ਸਾਹਿਬ, ਏਦਾਂ ਪਹਿਲੀ ਗੱਲ ਤਾਂ ਇਹ ਹੈ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਇੰਟਰਨਲ ਮਾਮਲਾ ਹੈ, ਇਹਨਾਂ ਨੇ ਆਪ ਦੇਖਣਾ, ਇਹਨਾਂ ਨੂੰ ਆਪ ਸਵੇ ਪੜਚੋਲ ਕਰਨੀ ਚਾਹੀਦੀ ਹੈ ਕਿ ਅਸੀਂ ਡਾਊਨ ਕਿਉਂ ਰਹੇ ਹਾਂ, ਸਾਨੂੰ ਛੱਡ ਕੇ ਕਿਉਂ ਜਾ ਰਹੇ ਆ। ਕਿਉਂਕਿ ਇਹਨਾਂ ਦੇ ਬੁਲਾਰੇ ਉੱਠਦੇ ਆ, ਬਿਆਨਬਾਜ਼ੀ ਜਿਹੜੇ ਅੰਦਰ ਵੀ ਹੁੰਦੇ, ਸ਼੍ਰੋਮਣੀ ਅਕਾਲੀ ਦਲ ਦੇ ਬੰਦੇ ਅੰਦਰ ਵੀ ਹੁੰਦੇ, ਉਹਨਾਂ ਦੇ ਖਿਲਾਫ ਬਿਆਨਬਾਜ਼ੀ ਕਰਦੇ ਆ। ਇਹ ਇੰਟਰਨਲ ਮਾਮਲੇ ਸੀ, ਇਹਨਾਂ ਨੇ ਸਟੇਜਾਂ ਤੇ ਲਿਆਂਦਾ ਕਿਉਂ, ਸੜਕਾਂ ਤੇ ਲਿਆਂਦਾ ਕਿਉਂ? ਇਹਨਾਂ ਦੀ ਆਪਣੀ ਕਮਜ਼ੋਰੀ ਹੈ, ਇਹਨਾਂ ਦੇ ਚੰਗੇ ਨੇਤਰਤਵ ਦੀ ਕਮਜ਼ੋਰੀ ਹੈ। ਦੂਜੀ ਗੱਲ, 15 ਨਵੰਬਰ 1920 ਨੂੰ ਸ਼੍ਰੋਮਣੀ ਕਮੇਟੀ ਦਾ ਗਠਨ ਹੋਇਆ। ਲਗਭਗ 20 ਦਸੰਬਰ 2020 ਨੂੰ, 1.5 ਮਹੀਨੇ, ਲਗਭਗ 40 ਦਿਨਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਹੋਇਆ। ਉਹ ਇਸ ਕਰਕੇ ਹੋਇਆ ਸੀ
ਕਿ ਉਹ ਰਾਜਸੀ ਪ੍ਰਾਪਤੀਆਂ ਦੇ ਵਾਸਤੇ ਚਾਹੀਦੀਆਂ, ਰਾਜਸੀ ਪ੍ਰਾਪਤੀਆਂ ਵੀ ਚਾਹੀਦੀਆਂ, ਪਰ ਮੈਂ ਸਮਝਦਾ 4 ਮੁੱਦੇ ਆ, 4 ਵੱਡੀਆਂ ਚੀਜ਼ਾਂ। ਸਰਕਾਰ ਸੀਗੀ, ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਨੇਤਰਤਵ ਸੀਗਾ, ਤੀਜਾ ਜਿਹੜੀ ਸਭ ਤੋਂ ਵੱਡੀ ਗੱਲ ਹੈ ਸਾਡੇ ਜਥੇਦਾਰ ਸਾਹਿਬ ਸੀਗੇ, ਚੌਥੀ ਜਿਹੜੀ ਸੰਸਥਾ ਸੀ ਸ਼੍ਰੋਮਣੀ ਕਮੇਟੀ ਸੀ। ਚਾਰੋਂ ਸੰਸਥਾ ਤੇ ਅਲੱਗ-ਅਲੱਗ ਬੰਦੇ ਹੋਣੇ ਚਾਹੀਦੇ ਜਿਨ੍ਹਾਂ ਦਾ ਅਲੱਗ-ਅਲੱਗ ਪ੍ਰਭਾਵ ਹੋਵੇ। ਠੀਕ ਹੈ, ਇੰਟਰਨਲ ਆਪਣੀ ਚੱਲਣੀਆਂ ਚਾਹੀਦੀਆਂ, ਆਪਣੀਆਂ ਜਿਹੜੀਆਂ ਵਿਚਾਰ ਆ ਮਿਲਣੇ ਚਾਹੀਦੇ ਆ, ਪਰ ਇਹਨਾਂ ਨੇ ਚਾਰੋਂ ਚੀਜ਼ਾਂ ਤੇ ਆਪਣੇ ਆਪ ਨੂੰ ਉੱਪਰ ਰੱਖਣ ਵਾਸਤੇ ਮੈਂ ਸਮਝਦਾ ਕਈ ਚੀਜ਼ਾਂ ਨਾਲ ਸਮਝੌਤੇ ਕੀਤੇ ਆ। ਉਹ ਸਮਝੌਤਿਆਂ ਦੇ ਕਾਰਨ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਮਾੜਾ ਹਾਲਾਤ ਹੋਇਆ। ਮੈਂ ਕਹਿੰਦਾ ਔਖੇ ਟਾਈਮ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਦਿੱਤਾ ਹੈ, ਪਰ ਇਹ ਸਾਡੇ ਔਖੇ ਟਾਈਮ ਦੇ ਵਿੱਚ ਸਾਨੂੰ ਛੱਡ ਕੇ ਗਿਆ ਤੇ ਉਹਦਾ ਖਮਿਆਜ਼ਾ ਇਹ ਆਪ ਭੁਗਤ ਰਿਹਾ। ਇਹਨਾਂ ਨਹੀਂ ਗੋਸ਼ਾ ਜੀ ਮੈਨੂੰ ਇੱਕ ਚੀਜ਼ ਦੱਸੋ, ਇਹ ਤੁਹਾਨੂੰ ਛੱਡ ਕੇ ਗਏ ਆ, ਇਹਨਾਂ ਦਾ ਨੁਕਸਾਨ ਹੋਇਆ, ਤੁਹਾਡਾ ਨੁਕਸਾਨ ਹੋਇਆ? ਤੇ ਇਹਨਾਂ ਦਾ ਨੁਕਸਾਨ ਦਿਖ ਰਿਹਾ ਨਾ। ਦੇਖੋ ਝਿੰਜਰ ਸਾਹਿਬ ਬੈਠੇ ਨਾ ਬੁਲਾਰੇ, ਉਹਨਾਂ ਦੇ ਝਿੰਜਰ ਸਾਹਿਬ ਜਿਹੜੇ ਬੁਲਾਰੇ ਬੈਠੇ ਮੇਰੇ ਬੜੇ ਸਤਿਕਾਰਯੋਗ ਜੁਝਾਰੂ ਵੀਰ ਹੈ, ਪਰ ਇਹਨਾਂ ਨੂੰ ਵੀ ਪਤਾ ਕਿ ਕੁਝ ਲੋਕਾਂ ਦੀ ਆਵਾਜ਼ ਸਿਰਫ 3-4 ਬੰਦੇ ਦੀ ਆਵਾਜ਼ ਸੁਣੀ ਜਾਂਦੀ ਹੈ। ਜਦੋਂ ਦੀ ਭਾਰਤੀ ਜਨਤਾ ਪਾਰਟੀ ਛੱਡੀ ਹੈ ਉਸ ਤੋਂ ਬਾਅਦ ਲਗਾਤਾਰ ਇਹਨਾਂ ਦਾ ਜਿਹੜਾ ਗਿਰਾਵਟ ਹੈ ਦੇਖ ਸਕਦੇ ਆ। ਇਹ ਆਪ ਸਭੇ ਪੜਚੋਲ ਕਰਨ ਇਹਨਾਂ ਨੂੰ ਬੰਦੇ ਕਿਉਂ ਛੱਡ ਕੇ ਜਾ ਰਹੇ? ਗੋਸ਼ਾ ਜੀ ਤੁਸੀਂ ਆਪਦੇ ਸਵਾਲ ਦਾ ਜਵਾਬ ਤਾਂ ਦੇ ਦਿਓ ਨਾ। ਗੋਸ਼ਾ ਜੀ ਮੈਂ ਪੁੱਛ ਰਿਹਾ ਬੀਜੇਪੀ ਕੋਈ ਹੋਰ ਬਦਲ ਲੱਭਦੀ ਪਈ ਹੈ ਬਾਦਲਾਂ ਤੋਂ ਇਲਾਵਾ ਪੰਜਾਬ ਵਿੱਚ? ਦੇਖੋ ਭਾਰਤੀ ਜਨਤਾ ਪਾਰਟੀ ਸક્ષਮ ਹੈ ਪੰਜਾਬ ਦੇ ਵਿੱਚ, ਸਾਰੇ ਬਹੁਤ ਵੱਡੇ ਵੱਡੇ ਚਿਹਰੇ ਸਾਡੇ ਕੋਲ ਆਏ ਆ, ਗਰਾਊਂਡ ਲੈਵਲ ਦੇ ਲੀਡਰ ਵੀ ਆਏ ਆ। ਭਾਰਤੀ ਜਨਤਾ ਪਾਰਟੀ ਸક્ષਮ ਹੈ, ਪਰ ਸਾਡਾ ਪਿਛਲੇ ਚੋਣਾਂ ਦੇ ਵਿੱਚ ਅਲਾਈਅੰਸ ਸੀਗਾ, ਸਾਡਾ ਢੀਂਡਸਾ ਸਾਹਿਬ ਦੀ ਪਾਰਟੀ ਨਾਲ ਅਲਾਈਅੰਸ ਸੀਗਾ, ਚੰਗੇ ਬੰਦਿਆਂ ਦੀ ਸਵਾਗਤ ਹੈ, ਪਰ ਅੱਜ ਭਾਰਤੀ ਜਨਤਾ ਪਾਰਟੀ ਆਪਣੇ ਆਪ 'ਚ ਸક્ષਮ ਹੈ। ਢੀਂਡਸਾ ਸਾਹਿਬ ਤੋਂ ਦੂਰ ਰਹੂਗੀ ਪਾਰਟੀ? ਢੀਂਡਸਾ ਸਾਹਿਬ ਸਾਡੇ ਸਤਿਕਾਰਯੋਗ ਵੱਡੇ ਲੀਡਰ ਹੈ, ਅਸੀਂ ਇਕੱਠੇ ਇਲੈਕਸ਼ਨ ਲੜਿਆ। ਇਹ ਆਉਣ ਵਾਲੇ ਟਾਈਮ 'ਚ ਆਪਣੀਆਂ ਇੰਟਰਨਲ ਪੋਲਿਟਿਕਸ ਆ, ਦੇਖਾਂਗੇ ਕੀ ਕਰਨਾ ਅਗਲੇ, ਪਰ ਵਧੀਆ ਬੰਦੇ ਯਾਨੀ ਕਿ ਬਦਲ ਖੁੱਲੇ ਆ। ਮਾਲੀ ਸਾਹਿਬ ਇਹ ਸਾਰਾ ਬੀਜੇਪੀ ਦਾ ਗੇਮ ਪਲਾਨ ਹੈ? ਨਹੀਂ ਦੇਖੋ ਜੀ, ਜਦੋਂ ਕੋਈ ਘਟਨਾ ਵਾਪਰਦੀ ਆ ਹਰ ਇੱਕ ਪਾਰਟੀ ਆ ਜਿਹੜੀ ਆਪਣੇ ਸਿਆਸੀ ਹਿੱਤਾਂ ਅਨੁਸਾਰ ਉਹਦੇ ਪ੍ਰਤੀ ਪਹੁੰਚ ਰੱਖਦੀ ਹੈ। ਇੱਕ ਤਾਂ ਤੱਥ ਆ ਨਾ ਜੀ ਵੀ ਸ਼੍ਰੋਮਣੀ ਅਕਾਲੀ ਦਲ ਬੁਰੀ ਤਰ੍ਹਾਂ ਉਖੜਿਆ ਹੋਇਆ, ਬੁਰੀ ਤਰ੍ਹਾਂ ਹਾਰਿਆ ਹੋਇਆ। ਮੈਂ ਤਾਂ ਜੋ ਇਹ ਕਹਿ ਰਹੇ ਨੇ ਵੀ ਮੈਂ ਬੜੀ ਪ੍ਰਸ਼ੰਸਾ ਕਰ ਰਿਹਾ ਉਹਨਾਂ ਦੀ, ਮੈਂ ਤਾਂ ਇਹੀ ਗੱਲ ਕਹੀ ਸੀ ਵੀ ਇਹਨਾਂ ਦੇ ਸਿਆਸੀ ਮਤਭੇਦ ਕੀ ਆ ਉਹਨਾਂ ਨਾਲ। ਹੁਣ ਤੱਕ ਇਹ ਲਾਈਨ ਦੇ ਹਰ ਇੱਕ ਗੱਲ ਦੀ ਹਮਾਇਤ ਕਰਦੇ ਰਹੇ ਨੇ। ਢੀਂਡਸਾ ਸਾਹਿਬ ਤਾਂ ਅੱਜ ਵੀ ਭਾਰਤੀ ਜਨਤਾ ਪਾਰਟੀ ਨਾਲ ਅਲਾਈਅੰਸ ਕਰਕੇ ਚੋਣ ਲੜੇ ਨੇ। ਸ਼੍ਰੋਮਣੀ ਕਮੇਟੀ ਦੀ ਚੋਣ ਦੇ ਵਿੱਚ ਕੁਝ ਚੰਗੇ ਮੁੱਦੇ ਵਾਰਨੇ, ਕੋਈ ਵੀ ਵਾਰੇ ਉਹਨੂੰ ਚੰਗੀ ਕਿਹਾ ਜਾਊ। ਜੇ ਤੁਸੀਂ ਸਿਰਫ ਬਾਦਲਾਂ ਨੂੰ ਬਦਲਣ ਦੀ ਗੱਲ ਕਰਦੇ ਹੋ, ਇਹਦੇ ਨਾਲ ਮਸਲਾ ਹੱਲ ਨਹੀਂ ਹੋਣਾ। ਤੁਹਾਡੀ ਜਿਹੜੀ 30 ਸਾਲਾਂ 'ਚ ਤੁਸੀਂ ਲਾਈਨ ਲਾਗੂ ਕੀਤੀ ਆ, ਸਿਆਸਤ ਲਾਗੂ ਕੀਤੀ ਆ, ਉਹਨੂੰ ਬਦਲਣਾ ਪੈਣਾ। ਇਹ ਲੋੜ ਨਹੀਂ ਸੀ ਤੇ ਫਿਰ ਝੁੰਦਾ ਕਮੇਟੀ ਕਾਹਦੇ ਖਾਤਰ ਬਣਾਈ ਸੀ ਜੀ? ਝੁੰਦਾ ਕਮੇਟੀ ਸਿਫਾਰਸ਼ਾਂ ਵੀ ਕਹਿੰਦੇ ਪ੍ਰਵਾਨ ਕਰ ਲੀਆਂ ਤੇ ਉਹਨੂੰ ਹਵਾ ਵੀ ਨਹੀਂ ਲਵਾਈ। ਤੇ ਝੁੰਦਾ ਕਮੇਟੀ ਵਾਲੇ ਇਹ ਕਹਿੰਦੇ ਨੇ ਵੀ ਉਹਦੀ ਕੋਈ ਗੱਲੇ ਨਹੀਂ ਮੰਨੀ। ਔਰ ਲੋੜ ਆਪਣੇ ਸਿਰ ਗਿਰਵਾਨ ਮੇ ਸਿਰਨੀਮਾ ਕਰ ਦੇਖ, ਇਹ ਤਾਂ ਸਾਰਿਆਂ ਨੂੰ ਵੇਖਣ ਦੀ ਲੋੜ ਆ। ਏਕਤਾ ਪੰਥ ਦੀ ਹੁੰਦੀ ਆ, ਏਕਤਾ ਅਕਾਲੀਆਂ ਦੀ ਹੁੰਦੀ ਆ, ਏਕਤਾ ਪੰਜਾਬੀਆਂ ਦੀ ਹੁੰਦੀ ਆ। ਏਕਤਾ ਤਾਂ ਹਮੇਸ਼ਾ ਚੰਗੀ ਗੱਲ ਹੁੰਦੀ ਆ, ਪਰ ਏਕਤਾ ਦਾ ਆਧਾਰ ਕੀ ਆ, ਉਹਦਾ ਮੰਤਵ ਕੀ ਆ? ਜਿਹੜਾ ਇਹਨਾਂ ਨੇ ਅਕਾਲੀ ਦਲ ਦੇ ਸਿਧਾਂਤ ਛੱਡ ਕੇ ਸਰਕਾਰ ਬਣਾਉਣੀ ਤੇ ਚਲਾਉਣੀ, ਇਹੀ ਇੱਕੋ ਇੱਕ ਨੁਕਤਾ ਬਣਾ ਲਿਆ, ਉਹਦੇ ਸਿੱਟੇ ਤੁਹਾਡੇ ਸਾਹਮਣੇ ਨਿਕਲੇ ਨੇ ਹੋਏ ਨੇ। ਨਹੀਂ ਮਾਲੀ ਸਾਹਿਬ ਮੇਰਾ ਇੱਕ ਸਵਾਲ ਹੈ। ਮਾਲੀ ਸਾਹਿਬ ਜਗਮੀਤ ਬਰਾੜ ਹੋਣ, ਬੀਬੀ ਜਗੀਰ ਕੌਰ ਹੋਵੇ, ਅਜਨਾਲਾ ਪਰਿਵਾਰ ਹੋਵੇ, ਮੇਰੇ ਕੋਲ ਹੋਰ ਵੀ ਲਿਸਟ ਹੈਗੀ ਹੈ, ਇਹ ਜਸਟੀਫਾਈ ਕਰ ਦੇਣਗੇ ਮਿਸਟਰ ਸੋਢੀ ਕਿ ਕਿਹੜੇ ਬੰਦੇ ਆਏ ਉੱਥੇ। ਮਿਸਟਰ ਗਰਚਾ ਦਾ ਨਾਮ ਮੇਰੇ ਕੋਲ ਹੈ, ਜਸਟਿਸ ਨਿਰਮਲ ਸਿੰਘ ਹੈ, ਮਿਸਟਰ ਭੌਰ ਹੈ, ਮਨਜੀਤ ਸਿੰਘ ਦਸੂਆ, ਇਹੋ ਜਿਹੇ ਕਈ ਨਾਮ ਹੈਗੇ ਆ। ਇਹਨਾਂ ਦਾ ਆਪਦਾ ਕੋਈ ਬੇਸ ਹੈਗਾ ਇਸ ਵਕਤ ਮਾਲੀ ਸਾਹਿਬ ਇਸ ਪੋਲਿਟਿਕਸ ਦੇ ਵਿੱਚ ਜਿਹੜੇ ਇਸ ਧੜੇ ਨੂੰ ਮਜ਼ਬੂਤ ਕਰ ਦੇਣਗੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਰਜੀਤ ਕਰ ਲੈਣਗੇ? ਮਾਲੀ ਸਾਹਿਬ ਬੇਸ ਤਾਂ ਬਾਦਲਾਂ ਦਾ ਨਹੀਂ ਰਿਹਾ ਜੀ, ਦੋਹੇ ਬਾਦਲ ਹਾਰ ਗਏ। ਕੋਈ ਵੇਲਾ ਹੁੰਦਾ ਸੀ ਅਕਾਲੀ ਦਲ ਬਹੁਤ ਹਾਰ ਜਾਂਦਾ ਸੀ, ਦੋਵੇਂ ਬਾਦਲ ਜਿੱਤ ਜਾਂਦੇ ਸੀ। ਤਾਂ ਆਪਣੇ ਹਲਕੇ ਉਹ ਹਾਰੇ ਹੋਏ ਨੇ। ਇਹ ਠੀਕ ਆ, ਉਹਨਾਂ ਕੋਲੇ ਬੜਾ ਸਿਸਟਮ ਆ, ਪੈਸਾ ਹੈਗਾ, ਉਹਨਾਂ ਕੋਲੇ ਇੱਕ ਰਾਜਸੱਤਾ ਹੰਡਾਈਆ, ਬਹੁਤ ਵੱਡੇ ਸਬੰਧ ਹੈਗੇ ਨੇ। ਉਸ ਪੱਖੋਂ ਵਿਅਕਤੀਗਤ ਤੌਰ ਤੇ ਕੋਈ ਤਕੜਾ ਵੱਡਾ ਛੋਟਾ ਹੋ ਸਕਦਾ, ਪਰ ਚੋਣ ਸਿਆਸਤ ਦੇ ਵਿੱਚ ਤਾਂ ਸਾਰੀ ਬੁਰੀ ਤਰ੍ਹਾਂ ਹਾਰੇ ਨੇ। ਜਿਹੜੇ ਭਾਜਪਾ ਨਾਲ ਰਲੇ ਨੇ ਉਹ ਵੀ ਹਾਰੇ ਨੇ, ਤੇ ਜਿਹੜੇ ਅਕਾਲੀ ਦਲ ਅੱਡ ਲੜਿਆ ਉਹ ਵੀ ਹਾਰੇ ਨੇ। ਚਲ ਸੋ ਮੈਂ ਤੁਹਾਨੂੰ ਇਹ ਕਹਿੰਦਾ ਸੀ ਜਿਹੜੀ ਭਾਜਪਾ ਨਾਲ ਬਿਨਾਂ ਸ਼ਰਤ ਸਾਂਝ ਦੀ ਗੱਲ ਪਈ ਸੀ, ਤੇ ਮੁੜ ਕੇ ਜਦੋਂ 23 ਸੀਟਾਂ ਦਿੱਤੀਆਂ ਇਹਨਾਂ ਨੂੰ, ਉਦੋਂ ਵੀ ਰੌਲਾ ਪਿਆ ਸੀ ਵੀ 23 ਸੀਟਾਂ ਵੀ ਇਹਨੂੰ ਦੇਤੀਆਂ। ਅਕਾਲੀ ਦਲ ਦੀਆਂ ਦੂਜੀਆਂ ਸੀਟਾਂ ਤੇ ਤੁਸੀਂ ਹਿੰਦੂ ਚਿਹਰੇ ਵੀ ਲਿਆਉਣ ਲੱਗੇ। ਤੇ ਟੌੜਾ ਸਾਹਿਬ ਤਾਂ ਇਹ ਕਹਿੰਦੇ ਹੁੰਦੇ ਸੀ ਕਿ ਬਾਦਲ ਸਾਹਿਬ ਨੇ ਆਪਣੀ CRPF ਬਣਾ ਲਈ, ਜਦੋਂ ਵੀ ਕਿਤੇ ਕੋਈ ਸੰਕਟ ਹੋਊ 23 ਤਾਂ ਉਹਨਾਂ ਦੇ ਨਾਲ ਖੜੇ ਨੇ ਨਾ ਪੱਕੇ, ਤੇ ਅਮਲ ਦੇ ਵਿੱਚ ਵੀ ਇਹੀ
ਚਲੋ ਬੜਾ ਵੱਡਾ ਸਵਾਲ ਚੁੱਕਤਾ ਮਾਲੀ ਸਾਹਿਬ, ਤੁਸੀਂ ਬਹੁਤ ਵੱਡਾ ਸਵਾਲ ਚੁੱਕਤਾ। ਇੱਕ ਹੋਰ ਛੋਟਾ ਬ੍ਰੇਕ, ਮੈਂ ਇੱਕ ਹੋਰ ਛੋਟਾ ਬ੍ਰੇਕ ਲੈ ਕੇ ਵਾਪਸ ਆ ਰਿਹਾ। ਬਾਦਲਾਂ ਤੋਂ ਬਾਗੀਆਂ ਦਾ ਭਵਿੱਖ ਕੀ ਹੈਗਾ, ਸਵਾਲ ਇਹੀ ਹੈ, ਤੇ ਵਾਪਸ ਆ ਰਹੇ ਹਾਂ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ, ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਆਗੂਆਂ ਦਾ ਬਾਦਲ ਮੁਕਤ ਅਕਾਲੀ ਦਲ ਹੀ ਏਜੰਡਾ ਕਿਉਂ? ਸੋਢੀ ਸਾਹਿਬ, ਤੁਹਾਡਾ ਮਿਸ਼ਨ ਕੀ ਹੈ? ਮਿਸ਼ਨ 2024, ਮਿਸ਼ਨ 2027 ਜਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ? ਸੋਢੀ ਸਾਹਿਬ, ਕੀ ਮਿਸ਼ਨ ਹੈ ਤੁਹਾਡਾ? ਕੇਪੀ ਸਾਹਿਬ, ਸਾਡਾ ਮਿਸ਼ਨ ਨਾ 2024 ਆ ਨਾ 2027 ਆ। ਸਾਡਾ ਮਿਸ਼ਨ ਇਹ ਹੈ, ਜਿਵੇਂ ਮਾਲੀ ਸਾਹਿਬ ਨੇ ਕਿਹਾ ਕਿ ਪੰਜਾਬੀ ਪਾਰਟੀ ਬਣ ਗਿਆ। ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਥਾ ਸੀ। ਸ਼੍ਰੋਮਣੀ ਅਕਾਲੀ ਦਲ ਜਦ 1920 ਦੇ ਵਿੱਚ ਬਣਿਆ ਸੀ, ਉਹ ਇੱਕ ਵਲੰਟੀਅਰ। ਸੋਢੀ ਸਾਹਿਬ, ਫਿਰ ਮੈਂ ਤੁਹਾਨੂੰ ਰੋਕੂੰਗਾ। ਸੋਢੀ ਸਾਹਿਬ 1996 ਵਿੱਚ ਮੋਗੇ ਵਿੱਚ ਹੋਇਆ ਸੀ ਇਹ। ਉਸ ਤੋਂ ਬਾਅਦ ਤਾਂ ਕਿੰਨਾ ਕੁ ਸਾਂਭ ਲਿਆ ਢੀਂਡਸਾ ਪਰਿਵਾਰ ਨੇ। ਉਹਨਾਂ ਨੂੰ ਤਾਂ ਸੰਗਰੂਰ ਦਾ ਮੁੱਖ ਮੰਤਰੀ ਕਿਹਾ ਜਾਂਦਾ ਸੀਗਾ। ਜੇ ਕੇਪੀ ਸਾਹਿਬ ਇਹ ਕੁਝ ਵਾਪਰਿਆ, ਜਿੰਨਾ ਚਿਰ ਪ੍ਰਕਾਸ਼ ਸਿੰਘ ਬਾਦਲ ਆਪ ਪ੍ਰਧਾਨ ਨਹੀਂ ਬਣਿਆ, ਸ਼ੁਰੂ ਤੋਂ ਲੂੰਬੜ ਚਾਲਾਂ ਕਿਵੇਂ ਚੱਲਦਾ ਰਿਹਾ ਕਿ ਜਦੋਂ ਜਗਦੇਵ ਸਿੰਘ ਤਲਵੰਡੀ ਨੇ ਆਨੰਦਪੁਰ ਸਾਹਿਬ ਦਾ ਮੋਰਚਾ ਲਾਇਆ, ਪ੍ਰਧਾਨ ਜਗਦੇਵ ਸਿੰਘ ਤਲਵੰਡੀ ਸੀ, ਇਹਨੇ ਪੈਰਲਰ ਲੌਂਗੋਵਾਲ ਨੂੰ ਆਪਣਾ ਪ੍ਰਧਾਨ, ਬਸੰਤਰ ਝਾਨ ਸਿੰਘ ਲੌਂਗੋਵਾਲ ਨੂੰ ਪ੍ਰਧਾਨ ਬਣਾ ਲਿਆ। ਇਹ ਪਰਿਵਾਰ ਸ਼ੁਰੂ ਤੋਂ ਇਸੇ ਕੰਮ ਹੀ ਲੱਗਿਆ ਰਿਹਾ। ਪਰ ਸਮੇਂ ਤੇ ਜਿਸ ਪ੍ਰਧਾਨ ਨੇ ਜੇ ਕਦੇ ਸੰਤ ਫਤਿਹ ਸਿੰਘ ਨੇ ਗਲਤੀ ਕੀਤੀ ਤਾਂ ਉਹਨੂੰ ਪ੍ਰਧਾਨਗੀ ਤੋਂ ਲਾਇਆ ਗਿਆ। ਨਹੀਂ ਸੋਢੀ ਸਾਹਿਬ ਐ ਤਾਂ ਜਿੰਨੇ ਮਰਜ਼ੀ ਪਿਛਲੇ ਮੁੱਦੇ ਚੱਕ ਲਓ, ਮੈਂ ਵੀ ਚੱਕ ਲਿਆਉਂਗਾ। ਤੁਸੀਂ ਬਰਨਾਲਾ ਸਾਹਿਬ ਦਾ ਜ਼ਿਕਰ ਕਰੋ, ਜਿਹਦਾ ਮਰਜ਼ੀ ਜ਼ਿਕਰ ਕਰੋ। ਮੇਰਾ ਸਵਾਲ ਹੈ ਸੋਢੀ ਸਾਹਿਬ, ਜੇ ਸਭ ਕੁਝ ਹੁੰਦਾ ਆ ਰਿਹਾ ਸੀ, ਸੋਢੀ ਸਾਹਿਬ ਸੁਣ ਤਾਂ ਲਓ ਨਾ, ਜੇ ਸਭ ਕੁਝ ਹੁੰਦਾ ਆ ਰਿਹਾ ਸੀ ਤੇ ਫਿਰ ਢੀਂਡਸਾ ਸਾਹਿਬ ਚਿੰਬੜੇ ਕਿਉਂ ਨਾਲ? ਉਦੋਂ ਹੀ ਛੱਡਦੇ ਨਾ, ਪਾਸੇ ਹੁੰਦੇ ਕਿਉਂ ਨਹੀਂ ਪਾਸੇ ਹੋਏ? ਵਿੱਚ ਉਹ ਆ ਕੇ ਕਹਿੰਦੇ ਰਹੇ, ਉਹ ਇਹ ਗੱਲਾਂ ਕਰਦੇ ਰਹੇ ਕਿ ਜਿੱਦਣ ਇਹ ਢਿੰਜਰ ਸਾਹਿਬ ਇਹ ਗੱਲ ਕਹਿ ਰਹੇ ਸੀ ਕਿ ਢੀਂਡਸਾ ਸਾਹਿਬ ਨੇ ਤਾਇਦ ਕੀਤੀ, ਢੀਂਡਸਾ ਸਾਹਿਬ ਨੇ ਨਹੀਂ ਕੀਤੀ। ਬਾਦਲ ਬਹੁਤ ਸਿਆਣਾ ਤੇ ਲੂੰਬੜ ਸੀ। ਉਹ ਬ੍ਰਹਮਪੁਰਾ ਹੁਣ ਨਹੀਂ ਰਹੇ, ਬ੍ਰਹਮਪੁਰਾ ਸਾਹਿਬ ਨੂੰ ਸਿਖਾ ਕੇ ਲਿਆਇਆ ਕਿ ਮੈਂ ਕਹਾਂਗਾ ਕਿ ਹੁਣ ਪ੍ਰਧਾਨ ਬਦਲ ਲੋ। ਕਹਿੰਦੇ ਜੀ ਫਿਰ ਬ੍ਰਹਮਪੁਰਾ ਸਾਹਿਬ ਨੂੰ ਆਂਦਾ ਨਾ ਮੈਂ ਨਹੀਂ ਕਹਿੰਦਾ, ਤੁਸੀਂ ਕਾਕਾ ਜੀ ਨੂੰ ਬਣਾਓ। ਤੇ ਕੈਪਟਨ ਕਮਲਜੀਤ ਨੇ ਤਾਇਦ ਕਰ ਦਿੱਤੀ, ਠੀਕ ਹੈ। ਅੱਜ ਉਹ ਦੋਨੋਂ ਸ਼ਖਸੀਅਤਾਂ ਨਹੀਂ ਰਹੀਆਂ ਵਿੱਚ, ਨਹੀਂ ਅੱਜ ਸਾਰਾ ਕੁਝ ਸਾਹਮਣੇ ਸੀਗਾ। ਗੱਲ ਸਿਧਾਂਤਾਂ ਦੀ ਹੈ। ਅਕਾਲੀ ਦਲ ਪੰਥ ਦੀ ਲੜਾਈ ਲੜਨੀ ਚਾਹੁੰਦਾ। ਨਹੀਂ, ਤੁਸੀਂ ਕੈਪਟਨ ਕਮਲ ਜੀ ਨੂੰ ਸਿਧਾਂਤਕ ਸ਼ਖਸ ਨਹੀਂ ਮੰਨਦੇ ਸੀ? ਕਿਵੇਂ? ਤੁਸੀਂ ਕੈਪਟਨ ਕਮਲ ਜੀ ਨੂੰ ਸਿਧਾਂਤਕ ਸ਼ਖਸੀਅਤ ਨਹੀਂ ਮੰਨਦੇ? ਮੰਨਦੇ ਸੀ, ਬਿਲਕੁਲ ਮੰਨਦੇ ਸੀ। ਉਹਦਾ ਕਤਲ ਕਰਾਇਆ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਨੇ। ਤੁਸੀਂ ਬਹੁਤ ਵੱਡਾ ਇਲਜ਼ਾਮ ਲਾ ਰਹੇ ਹੋ ਮਿਸਟਰ ਸੋਢੀ, ਤੁਸੀਂ ਬਹੁਤ ਵੱਡਾ ਇਲਜ਼ਾਮ ਲਾ ਰਹੇ ਹੋ। ਪ੍ਰਤਾਪ ਦੀ ਰਿਪੋਰਟ ਕਢਾ ਲਓ, ਸਭ ਕੁਝ ਸਾਹਮਣੇ ਆ ਜਾਏਗਾ। ਉਹ ਕਿੰਨੇ ਕਤਲ ਕਰਵਾਇਆ, ਉਹਦੇ ਚ ਨਾ ਆਇਆ ਸਿੱਧਾ। ਚਿੰਜਰ ਸਾਹਿਬ ਤੁਹਾਡੇ ਤੇ ਬਹੁਤ ਵੱਡਾ ਇਲਜ਼ਾਮ ਲਾਇਆ ਜਾ ਰਿਹਾ ਮਿਸਟਰ ਸੋਢੀ ਵੱਲੋਂ। ਕਿਵੇਂ ਝਿੰਜਰ ਸਾਹਿਬ? ਇੱਕ ਮਿੰਟ ਮਿਸਟਰ ਸੋਢੀ ਮੈਨੂੰ ਜਵਾਬ ਲੈਣ ਦਿਓ ਪਲੀਜ਼। ਕੇਪੀ ਜੀ, ਲੱਗਦਾ ਸੋਢੀ ਸਾਹਿਬ ਡਿਬੇਟ ਤੇ ਨਵੇਂ ਆਉਣ ਲੱਗੇ ਨੇ ਸ਼ਾਇਦ, ਮੈਨੂੰ ਲੱਗਦਾ, ਕਿਉਂਕਿ ਮੈਂ ਕਦੇ ਪਹਿਲਾਂ ਇਹਨਾਂ ਨੂੰ ਦੇਖਿਆ ਨਹੀਂ। ਤੁਸੀਂ ਟੀਵੀ ਤੇ ਬੈਠ ਕੇ, ਇੱਕ ਚੈਨਲ ਤੇ ਬੈਠ ਕੇ, ਨੈਸ਼ਨਲ ਚੈਨਲ ਤੇ ਬੈਠ ਕੇ ਏਦਾਂ ਦੇ ਇਲਜ਼ਾਮ ਲਾਈ ਜਾਂਦੇ ਹੋ। ਤੁਹਾਨੂੰ ਨੋਟਸ ਭੇਜਾਂਗੇ, ਫਿਰ ਉਹਦੇ ਕੋਈ ਜਵਾਬ ਹੈ ਤੁਹਾਡੇ ਕੋਲ ਕੋਈ? ਤੁਸੀਂ ਸਿੱਧੇ ਇਲਜ਼ਾਮ ਲਾਤੇ ਏਦਾਂ ਦੇ। ਤੁਸੀਂ ਸੋਢੀ ਸਾਹਿਬ ਸੁਣ ਲਓ ਸੋਢੀ ਸਾਹਿਬ ਇੱਕ ਮਿੰਟ ਆ ਰਿਹਾ, ਮੈਨੂੰ ਜਵਾਬ ਲੈ ਲੈਣ ਦਿਓ। ਸੋਢੀ ਸਾਹਿਬ ਮੈਨੂੰ ਜਵਾਬ ਲੈ ਲੈਣ ਦਿਓ ਪਲੀਜ਼। ਸੋਢੀ ਸਾਹਿਬ ਜਵਾਬ ਲੈ ਲੈਣ ਦਿਓ। ਸੋਢੀ ਸਾਹਿਬ ਪਲੀਜ਼ ਜਵਾਬ ਲੈ ਲੈਣ ਦਿਓ। ਹਾਂ, ਪਹਿਲੀ ਗੱਲ ਤਾਂ ਕਹਿ ਦੇਣ ਦੇ ਨਾਲ, ਤੁਹਾਡੇ ਕਹਿਣ ਨਾਲ ਕੋਈ ਕਿਸੇ ਦੇ ਇਲਜ਼ਾਮ ਲੱਗ ਨਹੀਂ ਜਾਂਦਾ। ਪਰ ਤੁਸੀਂ ਸਿਆਣੇ ਹੋ, ਏਦਾਂ ਦੇ ਇਲਜ਼ਾਮ ਸੋਚ ਸਮਝ ਕੇ ਲਾਇਆ ਕਰੋ ਜਿਨ੍ਹਾਂ ਦਾ ਕੋਈ ਨਾ ਸਿਰਾ ਨਾ ਕੋਈ ਪੈਰ ਹੈ। ਉਹਨਾਂ ਦੀ ਜਦੋਂ ਕੈਪਟਨ ਕਮਲ ਜੀ ਦੀ ਮੌਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਉਹਨਾਂ ਦਾ ਬੇਟਾ ਐਮਐਲਏ ਬਣਿਆ ਸੀ। ਜੇ ਕੋਈ ਇਦਾਂ ਦੀ ਗੱਲ ਹੁੰਦੀ, ਉਹ ਐਮਐਲਏ ਕਿਉਂ ਬਣਦੇ? ਤੁਸੀਂ ਐਵੇਂ ਚੱਕ ਕੇ ਇਲਜ਼ਾਮ ਲਾ ਦਿੰਦੇ ਹੋ। ਦੂਜਾ ਨੰਬਰ, ਢੀਂਡਸਾ ਸਾਹਿਬ ਨੇ ਤਾਇਦ ਕੀਤੀ ਸੁਖਬੀਰ ਸਿੰਘ ਬਾਦਲ ਦੀ, ਔਨ ਰਿਕਾਰਡ ਪਿਆ, ਤੁਹਾਡੇ ਕਹਿਣ ਨਾਲ ਮਿਟ ਨਹੀਂ ਲੱਗਿਆ। ਤੇ ਹੁਣ ਤੁਸੀਂ ਚੱਕ ਲੈਂਦੇ ਹੋ 30 ਸਾਲ ਦਾ ਰਿਕਾਰਡ। ਫਿਰ 30 ਸਾਲ ਭਾਈ ਤੁਸੀਂ ਆਨੰਦ ਕਿਉਂ ਮਾਣਿਆ ਆਨੰਦ ਤੁਸੀਂ? ਅੱਛਾ, ਜਦੋਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇ, ਢੀਂਡਸਾ ਸਾਹਿਬ ਬਾਈਕਾਟ ਕਰਕੇ ਨੱਠ ਗਏ ਸੀ। ਨਹੀਂ ਚਿੰਜਰ ਸਾਹਿਬ, ਇੱਕ ਮਿੰਟ। ਸੋਢੀ ਸਾਹਿਬ ਏਦਾਂ ਨਾ ਕਰੋ ਪਲੀਜ਼। ਡਿਬੇਟ ਏਦਾਂ ਨਹੀਂ ਚੱਲਦੀ ਹੁੰਦੀ। ਚਿੰਜਰ ਸਾਹਿਬ, ਜੇ ਤੁਸੀਂ ਵਾਰ-ਵਾਰ ਇਹ ਗੱਲ ਕਹਿ ਰਹੇ ਹੋ 30 ਸਾਲ ਆਨੰਦ ਕਿਉਂ ਮਾਣਿਆ, ਇਹਦੇ ਵਿੱਚ ਤੁਹਾਡੀਆਂ ਗਲਤੀਆਂ ਛੁਪ ਗਈਆਂ ਜੇ ਉਹਨਾਂ ਨੇ ਆਨੰਦ ਮਾਣ ਲਿਆ ਤਾਂ? ਚਿੰਜਰ ਸਾਹਿਬ, ਕੋਈ ਗਲਤੀ ਨਹੀਂ ਛੁਪੀ। ਕੇਪੀ ਜੀ, ਮੈਂ ਸਪਸ਼ਟ ਇਹ ਗੱਲ ਕਰ ਦੇਣੀ ਚਾਹੁੰਦਾ, ਜਿਹੜਾ ਆਪਣਾ ਡਿਬੇਟ ਦਾ ਮੁੱਦਾ ਹੈ, ਤੁਸੀਂ ਡਿਬੇਟ ਦਾ ਮੁੱਦਾ ਰੱਖਿਆ ਕਿ ਬਾਦਲਾਂ ਤੋਂ ਪਰੇ ਹੋ ਕੇ ਜਿਹੜੇ ਲੀਡਰ ਗਏ ਨੇ, ਕਿ ਉਹਨਾਂ ਦਾ ਸਿਆਸੀ ਭਵਿੱਖ ਕੀ? ਪਹਿਲੀ ਗੱਲ ਤਾਂ ਇਹ ਚੇਂਜ ਕਰੋ, ਕਿਉਂਕਿ ਬਾਦਲਾਂ ਤੋਂ ਬਾਹਰ ਨਹੀਂ ਗਏ, ਉਹ ਗਏ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ। ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਜਾ ਕੇ ਬਾਕੀਆਂ ਦਾ ਉਹ ਤਾਂ ਕਹਿੰਦੇ ਪਿਆ, ਚਿੰਜਰ ਸਾਹਿਬ ਸਿੱਧਾ ਕਹਿੰਦੇ ਪਿਆ, ਸ਼੍ਰੋਮਣੀ ਅਕਾਲੀ ਦਲ ਉਹ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ। ਉਹ ਕਹਿੰਦੇ ਪਿਆ, ਕਹਿੰਦੇ ਅਸੀਂ ਔਖੇ ਸਿਰ ਬਾਦਲ ਪਰਿਵਾਰ ਤੋਂ ਹੈ। ਉਹ ਸਿੱਧਾ ਕਹਿ ਰਹੇ ਆ ਚਿੰਜਰ ਸਾਹਿਬ। ਇੱਕ ਮਿੰਟ ਸੋਢੀ ਸਾਹਿਬ ਇੱਕ ਮਿੰਟ ਰੁਕ ਜਾਓ। ਸੋਢੀ ਸਾਹਿਬ ਏਦਾਂ ਨਾ ਕਰੋ ਪਲੀਜ਼। ਸੋਢੀ ਸਾਹਿਬ ਪਲੀਜ਼। ਹਾਂ, ਬਾਗੀ ਜਿਹੜੇ ਬਾਗੀ ਬੰਦੇ ਨੇ, ਇਹਨਾਂ ਦਾ ਮਨੋਰਥ ਦੇਖੋ। ਦੋ ਗੱਲਾਂ ਇਨਸਾਨ ਨੱਠਦਾ, ਜਾਂ ਤਾਂ ਇਨਸਾਨ ਨੱਠਦਾ ਲਾਲਚ ਨੂੰ, ਜਾਂ ਇਨਸਾਨ ਨੱਠਦਾ ਕਿਸੇ ਡਰ ਗੱਲੋਂ, ਜਾਂ ਤਾਂ ਇਹਨਾਂ ਨੂੰ ਬੀਜੇਪੀ ਨੇ ਕੋਈ ਨਾ ਕੋਈ ਡੰਡਾ ਦਿਖਾਤਿਆ। ਕਿਉਂਕਿ ਇਹ ਸਾਰੀ ਜਿਹੜੀ ਚਾਲ ਦੇ ਪਿੱਛੇ
ਸੈਂਟਰ ਦੀ ਸਰਕਾਰ ਕੰਮ ਚੰਦਰ ਕਰ ਸਾਹਿਬ, ਰਹੀ ਹੈ। ਮੈਂ ਚੰਦਰ ਸਾਹਿਬ, ਮੈਂ ਇੱਕ ਸਿੱਧਾ ਪੁੱਛ ਚੰਦਰ ਸਾਹਿਬ, ਮੈਂ ਚੰਦਰ ਸਾਹਿਬ, ਚੰਦਰ ਸਾਹਿਬ, ਫਿਰ ਉਹਨਾਂ ਨੇ ਕੋਈ ਬਹੁਤ ਵੱਡਾ ਲੱਡੂ ਦਿਖਾਤਿਆ, ਇਹ ਲਾਲਚ ਨੂੰ ਜਾ ਰਹੇ ਨੇ। ਚੰਦਰ ਸਾਹਿਬ, ਤਾਂ ਕਰਕੇ ਚੰਦਰ ਸਾਹਿਬ, ਮਕਸਦ ਆ ਚੰਦਰ ਸ਼੍ਰੋਮਣੀ ਸਾਹਿਬ, ਅਕਾਲੀ ਦਲ ਦੇ ਕਦਮ ਚੰਦਰ ਨੂੰ ਸਾਹਿਬ, ਕਮਜ਼ੋਰ ਕਰੀਏ, ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰੀਏ। ਚੰਦਰ ਸਾਹਿਬ ਬੜਾ ਸੌਖਾ ਹੁੰਦਾ ਜਦੋਂ ਆਪਦੀ ਗਲਤੀ ਛਪਾਣੀ ਹੋਵੇ, ਉਦੋਂ ਕਦੋਂ ਆਰਐਸਐਸ ਪਿੱਛੇ ਹੈ, ਬੀਜੇਪੀ ਪਿੱਛੇ ਹੈ। ਚੰਦਰ ਸਾਹਿਬ, ਮੇਰਾ ਸਿੱਧਾ ਸਵਾਲ ਹੈ, ਜਗਮੀਤ ਬਰਾੜ ਤੇ ਕਿਹੜਾ ਦਬਾਅ ਪਾ ਲੂਗੀ ਸੈਂਟਰ? ਬੀਬੀ ਜਗੀਰ ਕੌਰ ਤੇ ਕਿਹੜਾ ਦਬਾਅ ਸੈਂਟਰ ਨੇ ਪਾਇਆ? ਮੈਨੂੰ ਦੱਸ ਤਾਂ ਦਿਓ ਨਾ ਮਾੜਾ ਜਿਹਾ। ਕੋਈ ਨਾ ਕੋਈ ਦਬਾਅ ਨਹੀਂ ਪਿਆ ਹੋਊਗਾ, ਲਾਲਚ ਗਿਆ ਹੋਊਗਾ, ਕਿਉਂਕਿ ਸੱਤਾ 'ਚ ਰਹਿਣ ਦੇ ਆਦੀ ਬਣ ਗਏ। ਬੀਬੀ ਜਗੀਰ ਕੌਰ ਜੀ ਨੇ 10 ਸਾਲ ਮੰਤਰੀ ਪਦ ਮਾਣੇ ਆ, ਹੁਣ ਜਦੋਂ ਉਹਨੂੰ ਲੱਗਿਆ ਕਿ ਸ਼੍ਰੋਮਣੀ ਅਕਾਲੀ ਦੀ ਸਰਕਾਰ ਹੈ ਨਹੀਂ, ਮੈਨੂੰ ਮੈਂਬਰਾਂ ਨੇ ਪ੍ਰਧਾਨ ਨਹੀਂ ਬਣਾਇਆ, ਚੋਣਾਂ ਦੇ ਵਿੱਚ ਹਰਾਤਿਆ, ਉਹਨੂੰ ਲੱਗਦਾ ਕਿ ਬੀਜੇਪੀ ਜਾ ਕੇ ਕੁਝ ਲੈ ਲਓ, ਕਿਉਂਕਿ ਬੀਜੇਪੀ ਦਾ ਮਕਸਦ ਇਸ ਟਾਈਮ ਦਿੱਲੀ ਕੋਈ ਵੀ ਹੋਵੇ, ਇਹ ਮੈਂ ਠੋਕ ਕੇ ਕਹਿਣਾ, ਦਿੱਲੀ ਏਜੰਡਾ ਕੋਈ ਵੀ ਪਾਰਟੀ ਹੋਵੇ, ਉਹਨਾਂ ਦਾ ਮਕਸਦ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਹੈ, ਕਿਉਂਕਿ ਪੰਜਾਬ ਦੇ ਪੰਜਾਬੀਆਂ ਦੀ ਇੱਕੋ ਪਾਰਟੀ ਰਹਿ ਗਈ ਜਿਹੜੀ ਪੰਜਾਬੀਆਂ ਦੀ ਗੱਲ ਕਰਦੀ ਹੈ, ਕੋਈ ਪੰਜਾਬੀਆਂ ਦੀ ਗੱਲ ਕਰਦੀ ਆ, ਬਾਕੀ ਤਾਂ ਸਾਰੇ ਦਿੱਲੀ ਏਜੰਡਾ ਲਾਗੂ ਕਰਨ ਨੂੰ ਫਿਰਦੇ ਨੇ। ਹਾਂ ਮਿਸਟਰ ਸਾਰੇ ਬਾਕੀ ਬੰਦੇ ਇਕੱਠੇ ਹੋ ਕੇ ਦਿੱਲੀ ਦੇ ਅੱਗੇ ਵਿਛ ਗਏ। ਚਲੋ ਚੰਦਰ ਸਾਹਿਬ, ਦਿੱਲੀ ਦੇ ਪੈਰਨ ਇਕੱਠੇ ਨੇ ਜਾ ਕੇ। ਚੰਦਰ ਸਾਹਿਬ, ਮਿਸਟਰ ਗੋਸ਼ਾ ਬੜਾ ਸਿੱਧਾ ਸਵਾਲ ਹੈ, ਬਾਦਲ ਪਰਿਵਾਰ ਤੋਂ ਪਾਸੇ ਜਿਹੜਾ ਵੀ ਦਿੱਲੀ ਨਾਲ ਗੱਲ ਕਰਦਾ ਉਹ ਬਾਦਲ ਪਰਿਵਾਰ ਨੂੰ ਪਸੰਦ ਨਹੀਂ। ਮਿਸਟਰ ਗੋਸ਼ਾ, ਦੇਖੋ ਪਹਿਲੀ ਗੱਲ ਤਾਂ ਚਿੰਜਰ ਸਾਹਿਬ ਮੇਰੀ ਇੱਕ ਗੱਲ ਦਾ ਜਵਾਬ ਦੇ ਦੇਣਾ ਹੈ। ਇਹ ਕਹਿੰਦੇ ਵੀ ਡੰਡੇ ਦੇ ਨਾਲ ਚਲੇ ਗਏ, ਭਾਜਪਾ ਨੇ ਡੰਡੇ ਨਾਲ ਡਰਾਤਾ ਸੈਂਟਰ ਸਰਕਾਰ ਨੇ, ਜਾਂ ਲਾਲਚ ਪਿੱਛੇ ਗਏ। ਇਹ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਅਲਾਈਅੰਸ ਕੀਤਾ ਸੀ, ਉਹ ਕਿਹੜੇ ਲਾਲਚ ਤੇ ਕਿਹੜੇ ਡੰਡੇ ਨਾਲ ਕੀਤਾ ਸੀ, ਇਹ ਵੀ ਦੱਸ ਦੇਣ ਮਾੜਾ ਜਿਹਾ, ਇਹ ਜ਼ਰੂਰ ਦੱਸ ਦੇਣ। ਚੰਦਰ ਸਾਹਿਬ ਬੋਲੋ, ਸੁਣ ਲਿਆ ਗੋਸ਼ਾ, ਸੁਣ ਲਿਆ ਤੁਹਾਡਾ ਸਵਾਲ ਲੈ ਰਿਹਾ। ਹਾਂ ਮਿਸਟਰ ਚੰਦਰ, ਉਹਦਾ ਜਵਾਬ ਇੱਕੋ ਹੈ, ਜਦੋਂ ਕਿਸੇ ਪਾਰਟੀਆਂ ਦੇ ਸਮਝੌਤੇ ਹੁੰਦੇ ਨੇ, ਪਹਿਲਾਂ ਵੀ ਮੁਗਲਾਂ ਵੇਲੇ ਸਿੱਖਾਂ ਦੇ ਮੁਗਲਾਂ ਦੇ ਨਾਲ ਵੀ ਸਮਝੌਤੇ ਹੁੰਦੇ ਰਹੇ ਨੇ। ਪਾਰਟੀਆਂ ਦੇ ਸਮਝੌਤੇ ਹੋਣੇ ਵੱਖਰੀ ਚੀਜ਼ ਆ, ਉਹ ਕਿਸੇ ਸ਼ਰਤਾਂ ਦੇ ਆਧਾਰ ਤੇ, ਕਿਸੇ ਮੁੱਦੇ ਦੇ ਆਧਾਰ ਤੇ ਸਮਝੌਤੇ ਹੁੰਦੇ ਨੇ। ਕਹਿੰਦੇ ਜੀ ਕੋਈ ਗੱਲ ਸਿਰੇ ਲਾਉਣ ਦਿਓ, ਮੈਨੂੰ ਗੱਲ ਸਿਰੇ ਲਾਉਣ ਦਿਓ, ਗੋਸ਼ਾ ਜੀ ਗੱਲ ਸਿਰੇ ਐ ਨਾ ਕਰੋ। ਬੋਲੋ ਮਿਸਟਰ ਚੰਦਰ, ਬੋਲੋ। ਪਾਰਟੀਆਂ ਦੇ ਸਮਝੌਤੇ ਕਿਸੇ ਏਜੰਡੇ ਤੇ, ਕਿਸੇ ਗੱਲਾਂ ਤੇ, ਕਿਸੇ ਮੁੱਦਿਆਂ ਤੇ ਹੁੰਦੇ ਨੇ, ਪਰ ਪਾਰਟੀਆਂ ਦੇ ਵਿੱਚੋਂ ਨੱਠ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਦੋ ਹੀ ਮਨੋਰਥ ਹੁੰਦੇ ਨੇ, ਲਾਲਚ ਜਾਂ ਡੰਡਾ। ਹਾਂ ਮਿਸਟਰ ਗੋਸ਼ਾ, ਉਹ ਕਹਿੰਦੇ ਲਾਲਚ ਜਾਂ ਡੰਡਾ। ਕੇਪੀ ਸਾਹਿਬ, ਮੈਂ ਤਾਂ ਮੇਰੀ ਗੱਲ ਦਾ ਤਾਂ ਇਹਨਾਂ ਨੇ ਜਵਾਬ ਹੀ ਦਿੱਤਾ, ਉੱਚੀ ਬੋਲਣ ਨਾਲ ਝੂਠ ਸੱਚ ਨਹੀਂ ਬਣ ਜਾਂਦਾ ਹੁੰਦਾ ਕਦੇ। ਚਿੰਜਰ ਸਾਹਿਬ ਉੱਚੀ ਬੋਲ ਕੇ ਦੱਸਦੇ ਪਏ, ਮੈਂ ਹੁਣ ਗੱਲ ਪੂਰੀ ਸੁਣ ਲੈਣਾ ਮੇਰੀ। ਇਹ ਇਹਨਾਂ ਨੇ ਮੇਰੇ ਗੱਲ ਦਾ ਜਵਾਬ ਨਹੀਂ ਦਿੱਤਾ ਵੀ ਬਾਦਲ ਸਾਹਿਬ ਨੇ ਕਿਹੜੀ ਲਾਲਚ ਨਾਲ ਕੰਮ ਕੀਤਾ ਸੀਗਾ। ਇਹਦਾ ਮਤਲਬ ਬਾਦਲ ਸਾਹਿਬ ਲਾਲਚੀ ਸੀ, ਇਹ ਤਾਂ ਆਪਣੇ ਹੁਣ ਬੋਲੋ ਨਾ, ਅਲੱਗ ਮਨਾਂ ਤੇ ਇੱਕ ਮਿੰਟ ਚੰਦਰ ਸਾਹਿਬ ਸੁਣ ਲਈਏ, ਬੋਲੋ ਨਾ। ਹਾਂ ਮਿਸਟਰ ਗੋਸ਼ਾ, ਬੋਲੋ। ਦੂਜੀ ਗੱਲ ਹੈ, ਜੇ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਨਾਲ ਅਲਾਈਅੰਸ ਕੀਤਾ ਸੀ ਨਾ, ਉਹ ਸਮਾਜਿਕ ਸਾਂਝ ਸੀ, ਕਿਉਂਕਿ ਦੌਰ ਬੜਾ ਮਾੜਾ ਚੱਲ ਰਿਹਾ ਸੀ ਪੰਜਾਬ ਤੇ। ਇੱਕ ਸਮਾਜਿਕ ਸਾਂਝ ਦੇ ਅੰਦਰ 23 ਸੀਟਾਂ ਤੇ ਭਾਰਤੀ ਜਨਤਾ ਪਾਰਟੀ ਨੇ ਸਮਝੌਤਾ ਇਸੇ ਕਰਕੇ ਸਮਾਜਿਕ ਸਾਂਝ ਕਰ ਕੀਤਾ ਸੀ। ਜਿਹੜੇ ਮੇਰੇ ਇਲਾਕੇ ਸੀਗੇ, ਉਹਨੇ ਬਾਰ-ਬਾਰ ਇਲਜ਼ਾਮ ਲਾਉਂਦੇ ਵੀ ਡਰ ਕੇ ਜਾਂਦੇ, ਫਲਾਣਾ ਜਾਂਦੇ। ਸਾਨੂੰ 35 ਸਾਲ ਤੋਂ ਝੰਡਾ ਤਾਂ ਤੁਸੀਂ ਫੜਾਇਆ ਹੈ ਭਾਰਤੀ ਜਨਤਾ ਪਾਰਟੀ ਦਾ, ਉਹ ਤੁਹਾਨੂੰ ਯਾਦ ਨਹੀਂ ਕਿ ਮੇਰੇ ਇਲਾਕੇ ਵਿੱਚ ਭਾਰਤੀ ਜਨਤਾ ਪਾਰਟੀ ਠੀਕ ਇਦਾਂ ਦੀਆਂ ਗੱਲਾਂ ਕਹਿ ਕੇ ਨਹੀਂ, ਗੱਲ ਕਰਨ ਲਈ ਪੂਰੀ ਹੋ ਲੈਂਦੋ ਕੇਪੀ ਸਾਹਿਬ। ਗੱਲ ਹੈ ਵੀ ਅਕਾਲੀ ਦਲ ਇਸ ਵਕਤ ਆਪਣੀਆਂ ਕਮਜ਼ੋਰੀਆਂ ਛੁਪਾਉਣ ਵਾਸਤੇ ਉਹਨਾਂ ਨੂੰ ਇੱਕੋ ਇੱਕ ਟਾਰਗੇਟ ਮਿਲਿਆ ਵੀ ਭਾਰਤੀ ਜਨਤਾ ਪਾਰਟੀ ਦੇ ਇਲਜ਼ਾਮ ਲਾ ਲਓ। ਨਹੀਂ ਚੰਗਾ ਲੱਗਦਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਕਿੰਨਾ ਕੁ ਅੱਜ ਤੱਕ ਵੀ ਉਹਦਾ ਅੱਜ ਵੀ ਸਿਫਤ ਕਰੀ ਜਾਂਦੇ ਆ, ਮੋਦੀ ਸਾਹਿਬ ਦੀ, ਤੇ ਤੁਹਾਡੇ ਕਹਿਣ ਮੂੰਹ ਤੋਂ ਜੱਚਦਾ ਨਹੀਂ। ਠੀਕ ਮਾਲੀ ਸਾਹਿਬ ਇੱਕ ਚੀਜ਼ ਮੈਨੂੰ ਸਮਝਾਓ, ਇਹ ਸਾਰੇ ਬੜਾ ਪ੍ਰਚਾਰ ਕਰਦੇ ਆ ਸਮਾਜਿਕ ਤਾਣੇ ਬਾਣੇ ਕਰਕੇ ਗੱਠਜੋੜ ਹੋਇਆ ਸੀਗਾ, ਕਦੇ ਇਦਾਂ ਹੋਇਆ ਸਰ ਦੇਸ਼ ਦੇ ਇਤਿਹਾਸ ਦੇ ਵਿੱਚ ਕਿਸੇ ਪਾਰਟੀ ਨੇ ਇਦਾਂ ਦਾ ਸਮਝੌਤਾ ਕੀਤਾ ਹੋਵੇ ਕਿ ਸਮਾਜਿਕ ਤਾਣਾ ਬਾਣਾ ਹੀ ਸੈੱਟ ਕਰਨਾ ਹੈ, ਸਮਾਜਿਕ ਉਥਲ ਪੁਥਲ ਹੈ ਉਹਨੂੰ ਬਚਾਉਣਾ ਹੈ? ਮਾਲੀ ਸਾਹਿਬ, ਕੇਪੀ ਜੀ, ਇਤਿਹਾਸ ਆ ਜਿਹੜਾ ਉਹ ਤੋਂ ਸਬਕ ਸਿੱਖੇ ਜਾਂਦੇ ਨੇ। ਜੇ ਤੁਸੀਂ ਇਤਿਹਾਸ ਨੂੰ ਕੱਟ ਵੱਢ ਕੇ ਆਪਣੇ ਮੌਜੂਦਾ ਮੌਜਿਆਂ ਦਾ ਮੇਚਦਾ ਕਰੋਗੇ ਤਾਂ ਉਹਦਾ ਕੋਈ ਫਾਇਦਾ ਨਹੀਂ ਨਿਕਲਣਾ। ਇਹ ਅਕਾਲੀ ਦਲਾਂ ਦੇ ਬੁਲਾਰੇ ਇਹੀ ਗੱਲ ਕਰ ਰਹੇ ਨੇ। ਜੇ ਉਹਨਾਂ ਨੇ ਸੱਤਾ ਦਾ ਆਨੰਦ ਮਾਣਿਆ ਤੇ ਤੁਸੀਂ ਵੱਡੀ ਸੱਤਾ ਦਾ ਆਨੰਦ ਮਾਣਿਆ, ਤੁਸੀਂ ਮੁੱਖ ਮੰਤਰੀ ਦਾ ਆਨੰਦ ਇਸ ਕਰਕੇ ਮਾਣਿਆ ਨਾ, ਉਹ ਤੁਹਾਡੇ ਨਾਲ ਰਿਹਾ। ਇਹ ਦੇਖੋ 89 ਦੇ ਵਿੱਚ ਅਕਾਲੀ ਦਲ ਦਾ ਕੀ ਹੋਇਆ ਸੀ ਜੀ, ਐ ਨਹੀਂ ਵੀ ਅਕਾਲੀ ਦਲ ਹਾਰਿਆ ਨਹੀਂ। ਬਰਨਾਲਾ ਸਾਹਿਬ ਬਾਰੇ ਕੀ ਹੋਇਆ ਸੀ, ਉਦੋਂ ਟੌੜਾ ਸਾਹਿਬ ਵੱਖਰੇ ਹੋਏ ਸੀ, ਫੇਰ ਹਾਰ ਹੋਈ ਸੀ, ਮੁੜ ਕੇ ਫੇਰ ਏਕਤਾ ਹੋਈ। ਇਸ ਕਰਕੇ ਮੈਂ ਇਹੀ ਗੱਲ ਕਹਿ ਰਿਹਾ ਵੀ ਸ਼੍ਰੋਮਣੀ ਅਕਾਲੀ ਦਲ ਇਹ ਤਾਂ ਦੱਸੇ ਵੀ ਪਿਛਲੇ 30 ਸਾਲਾਂ 'ਚ ਉਹਨਾਂ ਦਾ ਕੇਂਦਰੀ ਸਰਕਾਰਾਂ ਨਾਲ ਭਾਜਪਾ ਨਾਲ ਕੀ ਰੌਲਾ ਰਿਹਾ, ਕੀ ਮਤਭੇਦ, ਜਿਹੜੇ ਅੱਡ ਹੋ ਕੇ ਨਵਾਂ ਬਣਾਉਣਾ ਚਾਹੁੰਦੇ ਨੇ ਉਹ ਦੱਸ ਦੇਣ। ਅੱਜ ਬੀਬੀ ਜਗੀਰ ਕੌਰ ਨੇ ਸਪਸ਼ਟ ਕੀਤਾ ਕਿ ਸਭ ਤੋਂ ਪਹਿਲਾਂ ਸਾਨੂੰ ਦੇਖਣਾ ਇਹ ਪਊ ਲੋਕ ਸਾਡੇ ਨਾਲ ਗੁੱਸੇ ਕਿਉਂ ਨੇ, ਲੋਕ ਸਾਡੇ ਵਿਰੁੱਧ ਕਿਉਂ ਨੇ, ਸਾਨੂੰ ਉਹ ਕਾਰਨ ਲੱਭਣੇ ਪੈਣਗੇ, ਫਿਰ ਉਹ ਕਾਰਨ ਦੂਰ ਕਰਨੇ ਪੈਣਗੇ। ਚਲੋ ਉਹ ਲੱਭਣਗੇ, ਕੀ ਲੱਭਣਗੇ ਉਹ ਵੱਖਰੀ ਗੱਲ ਆ,
ਪਰ ਅਕਾਲੀ ਦਲ ਆ ਜਿਹੜਾ, ਮੈਂ ਤਾਂ ਮੇਰੇ ਤਾਂ ਸਾਹਮਣੇ ਹੁੰਦਾ ਰਿਹਾ ਜਦੋਂ ਟੌੜਾ ਸਾਹਿਬ ਰਜਿਸਟਰ ਕਰਦੇ ਸੀ ਵੀ ਆ ਠੀਕ ਆ ਗਲਤ ਆ, ਤੇ ਉਦੋਂ ਇਹ ਸਾਰੇ ਸੀ ਜਿਹੜੇ ਬਾਦਲ ਸਾਹਿਬ ਨਾਲ ਹੁੰਦੇ ਸੀ, ਤੇ ਬਾਦਲ ਸਾਹਿਬ ਤਾਂ ਬੋਲਦੇ ਨਹੀਂ ਹੁੰਦੇ ਸੀ। ਪਹਿਲੀ ਵਾਰ ਗੁਰਦੇਵ ਸਿੰਘ ਬਾਦਲ ਨੇ ਅਕਾਲੀ ਦਲ ਦੀ ਸਟੇਜ ਤੇ ਟੌੜਾ ਸਾਹਿਬ ਤੇ ਇਹ ਦੋਸ਼ ਲਾਇਆ ਸੀ, ਕਹਿੰਦੇ ਗੁਰਦੁਆਰਾ ਸਾਹਿਬ ਚ ਇੱਕ ਬੀਬੀ ਜਾ ਰਹੀ ਸੀ, ਰਿਕਾਰਡ ਜਿਹੜਾ ਇਹ ਉਹਨੇ 10 ਰੁਪਏ ਟੇਕ ਕੇ ਟੌੜਾ ਸਾਹਿਬ ਨੂੰ ਫੜਾਤੇ, ਉਹ ਕਹਿੰਦੇ ਬੀਬੀ ਇਹ ਕੀ ਕਰਦੀ ਆ, ਕਹਿੰਦੇ ਭਾਈ ਮੁੜ ਕੇ ਤੇਰੀ ਦੇਰ ਤੇ ਆਉਣਾ। ਇਹੋ ਜਿਹੇ ਇਲਜ਼ਾਮ ਟੌੜਾ ਸਾਹਿਬ ਤੇ ਲੱਗਦੇ ਰਿਹਾ। ਇਹ ਸਾਰੇ ਜੇ ਹੁਣ ਬਾਦਲ ਨਾਲੋਂ ਵੱਖ ਹੋਏ ਨੇ, ਮੈਨੂੰ ਤਾਂ ਜਾਣਦੇ ਵੀ ਨੇ, ਗੱਲਾਂ ਬਾਤਾਂ ਵੀ ਹੁੰਦੀਆਂ ਨੇ, ਇਹ ਤਾਂ ਸਾਰੀ ਪਛਤਾਉਂਦੇ ਵੀ ਟੌੜਾ ਸਾਹਿਬ ਨਾਲ ਅਸੀਂ ਜੋ ਕੀਤੀ ਬਾਦਲ ਨਾਲ ਰਲ ਕੇ, ਹੁਣ ਅੱਜ ਸਾਡੇ ਨਾਲ ਉਹੀ ਹੋ ਰਹੀ ਆ। ਇਸ ਦਾ ਰਾਜਨੀਤੀ ਦੀ ਗੱਲ ਨਹੀਂ ਕਰਦੇ, ਬਾਦਲਾਂ ਤੋਂ ਖਹਿੜਾ ਛਡਾਉਣ ਦੀ ਲੋੜ ਨਾਲੋਂ ਵੱਡੀ ਲੋੜ ਆ ਬਾਦ ਤੋਂ ਖਹਿੜਾ ਛਡਾਉਣਾ। ਚਲੋ ਬਾਦਲ ਬਾਅਦ 30 ਸਾਲਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਤੇ ਇਹ ਸੰਸਥਾਵਾਂ ਤੇ ਜੱਫਾ ਪਾਇਆ ਹੋਇਆ ਸਿਆਸੀ ਜਕੜ ਪੰਜਾ ਜਿਹੜਾ, ਉਹਨੂੰ ਤੋੜਨ ਦੀ ਲੋੜ ਆ, ਬਦਲਵੀਆਂ ਨੀਤੀਆਂ ਲਿਆਉਣ ਦੀ ਲੋੜ ਆ। ਜੇ ਕੋਈ ਬਦਲਵੀਆਂ ਨੀਤੀਆਂ ਲਿਆਊ ਲੋਕ ਉਹਨੂੰ ਪ੍ਰਵਾਨ ਕਰ ਲੈਣਗੇ, ਨਹੀਂ ਜਿਵੇਂ ਹੁਣ ਆ ਗਏ ਆ ਗਰੰਟੀਆਂ ਵਾਲੇ ਆ ਗਏ, ਕੱਲ ਨੂੰ ਕੋਈ ਹੋਰ ਆ ਜਾਊ। ਚਲੋ ਮੈਂ ਇੱਕ ਹੋਰ ਛੋਟਾ ਬ੍ਰੇਕ ਲਵਾਂਗਾ, ਆਖਰੀ ਹਿੱਸੇ ਵਿੱਚ ਅਸੀਂ ਹੋਵਾਂਗੇ ਬਾਦਲਾਂ ਤੋਂ ਬਾਕੀਆਂ ਦਾ ਭਵਿੱਖ ਕੀ ਹੈ, ਸਵਾਲ ਬਹੁਤ ਮਹੱਤਵਪੂਰਨ ਹੈ ਤੇ ਵਾਪਸ ਆ ਕੇ ਫਿਰ ਪੁੱਛੂੰਗਾ ਜ਼ਰੂਰ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ, ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਆਗੂਆਂ ਦਾ ਬਾਦਲ ਮੁਕਤ ਅਕਾਲੀ ਦਲ ਹੀ ਏਜੰਡਾ ਕਿਉਂ? ਗੁਰਦੀਪ ਸਿੰਘ ਗੋਸ਼ਾ, ਸ਼੍ਰੋਮਣੀ ਅਕਾਲੀ ਦਲ ਮੁੜ ਸਰਜੀਤ ਹੋ ਸਕਦਾ ਹੈ ਜੇ ਬਾਦਲ ਪਰਿਵਾਰ ਤੋਂ ਇਹ ਪ੍ਰਧਾਨਗੀ ਚਲੀ ਜਾਵੇ? ਮੈਂ ਸਮਝਦਾ ਕੇਪੀ ਸਾਹਿਬ ਕੀ ਹੁਣ ਐਗਜ਼ਿਸਟ ਨਹੀਂ ਕਰਦਾ, ਕਿਉਂਕਿ ਜੋ ਹਾਲਾਤ ਬਣ ਗਏ ਨਾ ਸ਼੍ਰੋਮਣੀ ਅਕਾਲੀ ਦਲ ਦੇ, ਬਾਦਲਾਂ ਤੋਂ ਸਿੱਧਰ ਹੋਣ ਉਧਰ ਹੋਣ, ਮੇਰੇ ਹਿਸਾਬ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੁਣ ਇਤਿਹਾਸ ਖਤਮ ਹੋ ਚੁੱਕਾ, ਖਾਲੀ ਦਲ ਬਣ ਚੁੱਕਾ। ਕਿਉਂਕਿ ਇਹਨਾਂ ਤੋਂ ਜਿਹੜੇ ਚੰਗੇ ਬੁਲਾਰੇ ਚੰਗੇ ਲੋਕ ਇਹਨਾਂ ਨੂੰ ਛੱਡ ਕੇ ਜਾ ਚੁੱਕੇ। ਸਿਰਫ ਜਿਹੜੀ ਝੁੰਦਾ ਰਿਪੋਰਟ ਆਈ ਸੀ ਕਿ ਕਮੇਟੀ, ਪਤਾ ਹੀ ਆ ਵੀ ਉਹ ਕਿਹਨਾਂ ਦੇ ਖਿਲਾਫ ਆਈ ਸੀ, ਪਰ ਉਹਦੇ ਉੱਤੇ ਕੰਮ ਹੀ ਨਹੀਂ ਕੀਤਾ ਗਿਆ। ਦੁਬਾਰਾ ਕੋਰ ਕਮੇਟੀ ਬਣਾ ਕੇ ਉਹੀ ਬੰਦੇ ਦੁਬਾਰਾ ਸੁਰਜੀਤ ਕਰਤੇ, ਤੇ ਜਿਨ੍ਹਾਂ ਤੋਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹੀ ਤੰਗ ਸੀਗੇ, ਜੇ ਅੱਜ ਵੀ ਉਹੀ ਖੜਨਗੇ ਤੇ ਮੈਂ ਨਹੀਂ ਸਮਝਦਾ ਕਿ ਇਹਨਾਂ ਦਾ ਗੋਸ਼ਾ ਜੀ ਇਉਂ ਲੱਗਦਾ ਕਿ ਕੁਝ ਲੋਕਾਂ ਨੂੰ ਤੁਸੀਂ ਸ਼ਾਮਲ ਕਰਕੇ ਤੁਸੀਂ ਵੀ ਇਸ ਵਹਿਮ ਵਿੱਚੋਂ ਕਿ ਬੀਜੇਪੀ ਵੀ ਬਾਦਲਾਂ ਦਾ ਬਦਲ ਬਣ ਜੂਗੀ ਪੰਜਾਬ ਵਿੱਚ? ਬੀਜੇਪੀ ਕਦੀ ਵਹਿਮ 'ਚ ਕੰਮ ਨਹੀਂ ਕਰਦੀ। ਬੀਜੇਪੀ ਗਰਾਊਂਡ ਲੈਵਲ ਦੀ ਪਾਰਟੀ ਹੈ, ਸਾਡਾ ਆਪਣਾ ਇੱਕ ਸੰਗਠਨ ਹੈ, ਸਾਡਾ ਆਪਣਾ ਇੱਕ ਪ੍ਰੋਟੋਕੋਲ ਹੈ, ਅਸੀਂ ਪ੍ਰੋਟੋਕੋਲ ਤੋਂ ਬਾਹਰ ਨਹੀਂ ਜਾਂਦੇ। ਇਹਨਾਂ ਦਾ ਕੋਈ ਪ੍ਰੋਟੋਕੋਲ ਹੀ ਨਹੀਂ, ਇਹ ਤਾਂ ਹੁਣ ਚੱਲੀ ਜਾਂਦੇ ਪੁਰਾਣੇ ਹਿਸਾਬ ਨਾਲ ਚੱਲੀ ਜਾਂਦੇ, ਪਰ ਉਹ ਮੰਗਦੇ ਡਿਮਾਂਡ ਅਲੱਗ ਸੀ। ਹੁਣ ਤਾਂ ਗਰਾਊਂਡ ਲੈਵਲ ਦੇ ਲੀਡਰ ਹੀ ਇਹਨਾਂ ਨੂੰ ਛੱਡ ਕੇ ਜਾ ਰਹੇ ਆ। ਜੇ ਜਿਹਦੀ ਜ਼ਮੀਨ ਨਹੀਂ ਹੋਊਗੀ ਤਾਂ ਬਿਲਡਿੰਗ ਕਿੱਦਾਂ ਖੜੀ ਹੋਏਗੀ? ਚਲੋ ਠੀਕ ਹੈ, ਕੋਈ ਵੀ ਉੱਪਰ ਆਪ ਕੋਈ ਥੱਲੇ, ਮੈਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਹੁਣ ਕੋਈ ਦਬਦਬਾ ਬਣਦਾ ਪੰਜਾਬ। ਠੀਕ ਹੈ ਸੋਢੀ ਸਾਹਿਬ ਮਿਸਟਰ ਮਾਲੀ ਵੀ ਇਹ ਗੱਲ ਕਹਿ ਰਹੇ ਤੁਹਾਡਾ ਏਜੰਡਾ ਇਹ ਜਿਹੜਾ ਬਾਦਲ ਮੁਕਤ ਅਕਾਲੀ ਦਲ, ਇਸ ਏਜੰਡੇ ਵਿੱਚ ਹੀ ਸ਼ੱਕ ਆ ਉਹਨਾਂ ਨੂੰ? ਨਹੀਂ, ਸਾਡਾ ਦੇਖੋ ਜਿਹੜਾ ਸਾਡਾ ਏਜੰਡਾ ਇਹ ਹੈ ਕਿ ਪੰਥ ਦੀਆਂ, ਜਿਵੇਂ ਮਾਲੀ ਸਾਹਿਬ ਨੇ ਕਿਹਾ ਕਿ ਪੰਥ ਦੀਆਂ ਜਿਹੜੀਆਂ ਨੁਮਾਇੰਦਾ ਜਥੇਬੰਦੀਆਂ, ਨਾ ਅੱਜ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਹੋਂਦ ਹਸਤੀ ਨੂੰ ਆਜ਼ਾਦ ਛੱਡਿਆ, ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਛੱਡਿਆ, ਨਾ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਆਪਣੀ ਜਗੀਰ ਬਣਾ ਲਿਆ। ਜਿਵੇਂ ਆ ਝਿੰਜਰ ਸਾਹਿਬ ਇਹ ਗੱਲ ਕਹਿ ਰਹੇ ਸੀ ਕਿ ਨੋਟਿਸ ਭੇਜ ਦਾਂਗੇ, ਝਿੰਜਰ ਸਾਹਿਬ ਮੈਂ ਨੋਟਿਸਾਂ ਤੋਂ ਨਹੀਂ ਡਰਦਾ, ਅਸੀਂ ਬੇਅੰਤ ਸਰਕਾਰਾਂ ਵੇਖੀਆਂ, ਅਸੀਂ KPS ਗਿੱਲ ਵਰਗੇ ਵੇਖੇ, ਮਾਲੀ ਸਾਹਿਬ ਨੂੰ ਪਤਾ ਹੈ, ਠੀਕ ਹੈ, ਨਾ ਤੁਹਾਡੇ ਨੋਟਿਸਾਂ ਤੋਂ ਡਰਦਾ। ਅੱਜ ਭੇਜੋ ਜਾਂ ਕੱਲ ਭੇਜੋ। ਕੋਰ ਕਮੇਟੀ ਨੇ, ਤੁਹਾਡੇ ਅਕਾਲੀ ਦਲ ਦੇ ਕੋਰ ਕਮੇਟੀ ਨੇ ਇੱਕ ਕਮੇਟੀ ਬਣਾਈ, ਝੁੰਦਾ ਕਮੇਟੀ, ਤੋਂ ਉਸ ਰਿਪੋਰਟ ਨੂੰ ਹੀ ਜਨਤਕ ਕਰ ਦੋ, ਉਹਦੇ ਵਿੱਚ ਕੀ ਸੀ। ਮੁੜ ਕੇ ਫਿਰ ਸੁਖਬੀਰ ਆ ਕੇ ਉਹੀ ਗੱਲ ਜਿਹੜੀ ਜਗਮੀਤ ਸਿੰਘ ਨੇ ਕਿਹਾ ਕਿ ਮੈਂ ਕੋਰ ਕਮੇਟੀ 'ਚ ਬੈਠਾ ਸੀ, ਉਹਨੇ ਕਿਹਾ ਮੈਂ ਅਕਾਲੀ ਦਲ ਦਾ ਪ੍ਰਧਾਨ ਸੀ, ਹਾਂ ਤੇ ਰਹੂੰਗਾ। ਠੀਕ ਹੈ, ਗੱਲ ਇਹ ਹੈ ਕਿ ਜੇ ਉਹਨੂੰ ਲੱਗਦਾ ਸੀ, ਲੋਕ ਸਾਰੇ ਕਹਿ ਰਹੇ ਆ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਦੇਵੇ, ਸ਼੍ਰੋਮਣੀ ਅਕਾਲੀ ਦਲ ਜਿੰਨਾ ਚਿਰ ਆਜ਼ਾਦ ਨਹੀਂ ਹੁੰਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ। ਸੋਢੀ ਸਾਹਿਬ ਮੇਰਾ ਇੱਕ ਸਵਾਲ ਲੈ ਲਓ, 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 ਸੋਢੀ ਸਾਹਿਬ ਨਹੀਂ ਹੁੰਦੀ, ਸੋਢੀ ਸਾਹਿਬ ਮੇਰਾ ਇੱਕ ਸਵਾਲ ਲੈ ਲਓ, ਸੋਢੀ ਸਾਹਿਬ ਇਹ ਰੈਪੀਟੇਸ਼ਨ ਹੋ ਰਹੀ ਹੈ, ਸੋਢੀ ਸਾਹਿਬ ਮੇਰਾ ਸਵਾਲ ਲੈ ਲਓ। ਸੋਢੀ ਸਾਹਿਬ ਜੇ ਹੁਣੇ ਆਫਰ ਕੀਤਾ ਜਾਵੇ ਸੁਖਬੀਰ ਸਿੰਘ ਬਾਦਲ ਵੱਲੋਂ ਕਿ ਢੀਂਡਸਾ ਸਾਹਿਬ ਤੁਸੀਂ ਆ ਕੇ ਪ੍ਰਧਾਨ ਬਣ ਜਾਓ, ਢੀਂਡਸਾ ਸਾਹਿਬ ਰੈਡੀ? ਬਿਲਕੁਲ ਨਹੀਂ। ਜੇ ਬਾਦਲ ਪਰਿਵਾਰ ਨਾਲ ਕੋਈ ਸਮਝੌਤਾ ਨਹੀਂ ਹੋਏਗਾ ਕਿ ਕਿਸੇ ਵੀ ਬੰਦੇ ਦਾ, ਅੱਜ ਤੋਂ ਬਾਅਦ ਬਾਦਲ ਪਰਿਵਾਰ ਛੱਡ ਕੇ ਜਾਏ, ਕਿਉਂਕਿ ਉਹਨਾਂ ਦੇ ਦੋਸ਼ ਜਿੰਨਾ ਚਿਰ ਸਾਬਤ, ਬੇਅਦਬੀਆਂ ਦੇ ਦੋਸ਼ੀਆਂ ਦੀ ਮਦਦ ਕਰਨਾ, ਸੱਚੇ ਸੌਦੇ ਵਾਲੇ ਨਾਲ ਯਾਰੀ ਉਹਦੀ, ਔਰ ਜਿਹੜੇ ਬਾਈਬਲ ਕਲਾ ਕਾਂਡ ਹੈ 386 ਸਰੂਪਾਂ। ਚਲੋ ਮੈਂ ਇੱਕ ਸਵਾਲ, ਸੋਢੀ ਸਾਹਿਬ ਮੈਂ ਇੱਕ ਸਵਾਲ ਕਰਦਾ ਕਿ ਸੰਗਰੂਰ ਲੋਕ ਸਭਾ ਜਾਂ ਸੰਗਰੂਰ ਦੇ ਵਿੱਚ ਵਿਧਾਨ ਸਭਾ ਢੀਂਡਸਾ ਪਰਿਵਾਰ ਨੇ ਲੜੀ ਹੈ, ਉਹਦੇ ਵਿੱਚ ਕੀ ਡੇਰੇ ਤੋਂ ਹਮਾਇਤ ਲਿੱਤੀ ਕਦੇ ਕਿ ਨਹੀਂ? ਜਦੋਂ ਬਿਲਕੁਲ ਨਹੀਂ ਲਿੱਤੀ, ਅਸੀਂ ਤਾਂ ਨਹੀਂ ਲਿੱਤੀ।
ਸ਼੍ਰੋਮਣੀ ਅਕਾਲੀ ਢੀਂਡਸਾ ਦਲ ਪਰਿਵਾਰ ਨੇ ਡੇਰਾ ਸਿਰਸਾ ਤੋਂ ਮਦਦ ਲਈ ਸੀ ਕਦੇ ਜਾਂ ਨਹੀਂ ਸਰ? ਸਿੱਧਾ ਸਵਾਲ ਹੈ ਸਰ ਮੇਰਾ। ਸ਼੍ਰੋਮਣੀ ਅਕਾਲੀ ਦਲ ਉਹ ਤਾਂ ਸੁਖਬੀਰ ਸਿੰਘ ਬਾਦਲ ਹੀ ਲੈਂਦਾ ਰਿਹਾ, ਉਹ ਤਾਂ ਬਾਦਲ ਪਰਿਵਾਰ ਹੀ ਲੈਂਦਾ ਰਿਹਾ ਸਰ ਇਹ ਥਾਂ- ਢੀਂਡਸਾ ਪਰਿਵਾਰ ਨੇ ਮਦਦ ਲਈ ਕਦੇ ਕਿ ਨਹੀਂ ਸਰ? ਸਿੱਧਾ ਸਵਾਲ ਹੈ ਸਰ। ਸਰ ਸਟੇਜ ਦੇ ਉੱਤੇ- ਲਿਸਟ ਗਈ ਸੀ ਸਰ, ਉੱਥੇ ਲਿਸਟ ਗਈ ਸੀ ਬਕਾਇਦਾ। ਇੱਕ ਮਿੰਟ ਕੇਪੀ ਜੀ, ਜਨਤਾ ਪੈਲਸ ਦੇ ਵਿੱਚ ਇੱਕ ਮੀਟਿੰਗ ਹੋਈ ਸੀ, ਉੱਥੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀਗਾ ਅਸੀਂ ਨਾਮ ਚਰਚਾ ਥਾਂ ਥਾਂ ਤੇ ਕਰਵਾਵਾਂਗੇ ਹਲਕੇ ਦੇ ਵਿੱਚ। ਸਰ ਢੀਂਡਸਾ ਪਰਿਵਾਰ ਨੇ ਮਦਦ ਲਈ ਸੀ ਡੇਰਾ ਸਿਰਸਾ ਦੀ ਜਾਂ ਨਹੀਂ? ਸਿੱਧਾ ਸਵਾਲ ਹੈ ਸਰ। ਜਦੋਂ ਅਕਾਲੀ ਦਲ ਲੈਂਦਾ ਰਿਹਾ ਤਾਂ ਉਦੋਂ ਕੋਈ ਹੋਏਗੀ ਮੈਨੂੰ ਨਹੀਂ ਪਤਾ, ਚਲੋ ਠੀਕ ਹੈ, ਮੇਰੇ ਸਵਾਲ ਦਾ ਜਵਾਬ ਆ ਗਿਆ। ਮਿਸਟਰ ਚਿੰਜਰ, ਗਲਤੀਆਂ ਤੋਂ ਸਿੱਖਣਾ ਚਾਹੀਦਾ ਹੈ। ਜੇ ਤੁਹਾਡੇ ਤੇ ਐਡੇ ਵੱਡੇ ਇਲਜ਼ਾਮ ਲੱਗਦੇ ਪਏ, ਸਵੈ ਪੜਚੋਲ ਕਰ ਲਓ। ਕਹਿੰਦੇ ਝੁੰਦਾ ਕਮੇਟੀ ਦੀ ਰਿਪੋਰਟ ਆ, ਜਨਤਕ ਕਰ ਦਿਓ, ਪਤਾ ਲੱਗ ਜਾਊਗਾ ਤੁਸੀਂ ਕਿੱਥੇ ਖੜੇ ਹੋ। ਝੁੰਦਾ ਕਮੇਟੀ ਦੀ ਜਿਹੜੀ ਰਿਪੋਰਟ ਆ, ਕੋਰ ਕਮੇਟੀ ਦੇ ਵਿੱਚ ਤਾਂ ਉਹਨਾਂ ਨੇ ਸਾਰਿਆਂ ਨੇ ਵਿਚਾਰ ਹੀ ਲਈ ਨਾ। ਜਿਹੜੀ ਝੁੰਦਾ ਕਮੇਟੀ ਨੇ ਸਿਫਾਰਸ਼ਾਂ ਕੀਤੀਆਂ ਪੂਰੇ ਪੰਜਾਬ ਦੇ ਵਿੱਚ ਘੁੰਮ ਕੇ, ਉਹ ਲਾਗੂ ਹੋ ਰਹੀਆਂ ਨੇ। ਜਿਹੜਾ ਉਹਨੇ ਕਿਹਾ ਵੀ ਨਵੀਕਰਨ ਕਰੋ, ਨੌਜਵਾਨਾਂ ਨੂੰ ਤੁਸੀਂ ਓਪਨ ਕਰ ਦਿਓ ਨਾ ਝਿੰਜਰ ਸਾਹਿਬ। ਜੋ ਲੋਕਾਂ ਦੀ ਕਚਹਿਰੀ ਵਿੱਚ ਜਾਣਾ, ਲੋਕਾਂ ਨੇ ਤੁਹਾਨੂੰ ਬਣਾਇਆ ਨਾ ਸਰ। ਨਾ ਢੀਂਡਸਾ ਨੇ ਬਣਾਇਆ, ਨਾ ਮਿਸਟਰ ਬਰਨਾਲਾ ਨੇ ਬਣਾਇਆ, ਨਾ ਬ੍ਰਹਮਪੁਰਾ ਨੇ ਬਣਾਇਆ, ਨਾਲਾ ਨੇ ਬਣਾਇਆ। ਲੋਕਾਂ ਨੇ ਬਣਾਇਆ ਨਾ, ਬਾਦਲ ਪਰਿਵਾਰ ਨੂੰ ਵੀ, ਸ਼੍ਰੋਮਣੀ ਅਕਾਲੀ ਦਲ ਨੂੰ ਵੀ ਲੋਕਾਂ ਨੇ ਬਣਾਇਆ ਨਾ। ਲੋਕਾਂ ਦੀ ਕਚਹਿਰੀ 'ਚ ਰੱਖ ਦਿਓ ਸਰ ਰਿਪੋਰਟ। ਉਹ ਕੀ ਦਿੱਕਤ ਹੈ? ਕੇਪੀ ਤੁਸੀਂ ਇੱਕ ਗੱਲ ਦੱਸੋ, ਜਿਹੜੀਆਂ ਪਾਰਟੀ ਦੀ ਕੋਰ ਕਮੇਟੀ ਬਣੀ ਆ, ਪਾਰਟੀ ਨੇ ਝੁੰਦਾ ਕਮੇਟੀ ਬਣਾਈ, ਅਸੀਂ ਪਾਰਟੀ ਦੇ ਵਿੱਚ ਗੱਲਾਂ ਕਰਾਂਗੇ, ਅਸੀਂ ਬਾਹਰ ਜਾ ਕੇ ਰੌਲਾ ਕਿਉਂ ਪਾਵਾਂਗੇ? ਅਸੀਂ ਆਪਸ ਦੇ ਵਿੱਚ ਬੈਠ ਕੇ ਉਹਦਾ ਪੜਚੋਲ ਕਰ ਰਹੇ ਆ। ਉਹਦੇ ਲਈ ਜਿਹੜੇ ਸੁਧਾਰ ਨੇ, ਸ਼੍ਰੋਮਣੀ ਅਕਾਲੀ ਦਲ, ਮੈਂ ਤਾਂ ਇਹ ਗੱਲ ਖੁੱਲੇ ਦੇ ਨਾਲ ਕਹਿੰਦਾ ਕਿ ਜਦੋਂ ਸਰਕਾਰਾਂ ਰਾਜ ਭਾਗ ਹੁੰਦੇ ਨੇ, ਠੀਕ ਆ, ਕੁਝ ਜਾਣੇ ਅਣਜਾਣੇ ਗਲਤੀਆਂ ਹੋ ਜਾਂਦੀਆਂ ਨੇ, ਉਹਨਾਂ ਤੋਂ ਸਿੱਖਣ ਦੀ ਲੋੜ ਆ, ਅੱਗੇ ਚੱਲਣ ਦੀ ਲੋੜ ਆ। ਤੁਸੀਂ ਇੱਕ ਪੈਰਾ ਜਨਤਕ ਕਰ ਦਿਓ ਚਿੰਜਰ ਸਾਹਿਬ। ਜੇ ਤੁਸੀਂ ਇੰਨੀ ਪਾਕ ਸਾਹਿਬ ਇੱਕ ਪੈਰਾ ਜਨਤਕ ਕਰ ਦਿਓ, ਝੁੰਦਾ ਕਮੇਟੀ ਦੀ ਰਿਪੋਰਟ ਵਿੱਚ ਪ੍ਰਧਾਨਗੀ ਤੇ ਕੋਈ ਸਵਾਲ ਨਹੀਂ ਉੱਠਿਆ। ਬਿਲਕੁਲ ਨਹੀਂ ਉੱਠਿਆ। ਜਿਹੜੇ ਜਗਮੀਤ ਬਰਾੜ ਜੀ ਤੁਸੀਂ ਗੱਲ ਕਰਦੇ ਹੋ, ਇਹਨਾਂ ਨੇ ਸਭ ਤੋਂ ਮੂਹਰੇ ਹੋ ਕੇ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣੇ ਰਹਿਣਾ ਚਾਹੀਦਾ। ਕੋਰ ਕਮੇਟੀ ਦੇ ਵਿੱਚ ਬੈਠ ਕੇ ਕਹਿ ਕੇ ਆਏ ਸੀ। ਠੀਕ ਚਲੋ ਝੂਠ ਦਾ ਕੋਈ ਹੱਲ? ਠੀਕ। ਮਾਲੀ ਸਾਹਿਬ ਲਾਸਟ ਕਮੈਂਟ ਤੁਹਾਡਾ ਚਾਹੀਦਾ। ਮਾਲੀ ਸਾਹਿਬ, ਜਗਮੀਤ ਬਰਾੜ ਉਹ ਬਰਾੜ ਹੈ ਜਿਨੇ ਪ੍ਰਕਾਸ਼ ਸਿੰਘ ਬਾਦਲ ਦੇ ਫਰਜ਼ੰਦ ਨੂੰ ਹਰਾਇਆ ਸੀ ਸਰ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ। ਇੱਕ ਹੋਰ ਬਰਾੜ ਸੀ ਹਰਚੰਦ ਬਰਾੜ, ਜਿਨ੍ਹਾਂ ਨੇ ਬਾਦਲ ਪਰਿਵਾਰ ਨੂੰ ਟੱਕਰ ਦਿੱਤੀ ਸੀਗੀ। ਜਗਮੀਤ ਬਰਾੜ ਨੂੰ ਇਹਨਾਂ ਨੇ ਗੱਲ ਨਾਲ ਲਾਇਆ। ਉਹੀ ਜਗਮੀਤ ਬਰਾੜ ਨੇ ਇੱਕ ਵੱਖਰੀ ਤਰ੍ਹਾਂ ਦੀ ਪੋਲਿਟਿਕਸ ਕਰਤੀ ਤੇ ਬਾਦਲ ਪਰਿਵਾਰ ਨੂੰ ਖੁੱਡਲਿਆਂ ਲਾਉਣ ਦੀ ਕੋਸ਼ਿਸ਼ ਸ਼ੁਰੂ ਕਰਤੀ। ਮਾਲੀ ਸਾਹਿਬ, ਜਗਮੀਤ ਬਰਾੜ ਨੇ ਬਹੁਤ ਚੰਗਾ ਕੀਤਾ। ਮਾਲੀ ਸਾਹਿਬ ਦੇਖੋ ਜੀ, ਜਦੋਂ ਪਾਰਟੀ ਦੇ ਵਿੱਚ ਤਾਨਾਸ਼ਾਹੀ ਰੁਚੀਆਂ ਆਉਣਗੀਆਂ, ਪਾਰਟੀ ਅੰਦਰੂਨੀ ਜਮਹੂਰੀਅਤ ਖਤਮ ਹੋ ਜੂ, ਤਾਂ ਇਸ ਤਰ੍ਹਾਂ ਦੀਆਂ ਗੱਲਾਂ ਆਉਣਗੀਆਂ। ਇਹ ਪਾਰਟੀਆਂ ਨੂੰ ਸੋਚਣਾ ਚਾਹੀਦਾ ਵੀ ਜਿਹੜੇ ਬੰਦੇ ਕੋਈ ਤੜ ਵਾਲੇ ਨੇ, ਮੌਲਿਕ ਵਿਚਾਰ ਵਾਲੇ ਨੇ, ਉਹਨਾਂ ਨੂੰ ਪਾਰਟੀਆਂ ਕਿਉਂ ਨਹੀਂ ਸਾਂਭ ਕੇ ਰੱਖ ਸਕਦੀਆਂ? ਕਿੰਨੇ ਵੱਖਰੇ ਵਿਚਾਰਾਂ ਵਾਲੇ ਲੋਕ ਹੁੰਦੇ ਨੇ। ਇਹੀ ਪੰਜਾਬ ਦੀ ਧਰਤੀ ਹੈ ਨਾ, ਜਿਹਦੇ ਨਾਰੇ ਗੂੰਜਦੇ ਸੀ ਰਸਗੁੱਲਿਆਂ ਨਾਲ ਖਾ ਗਿਆ ਮਤਾ ਆਨੰਦਪੁਰ ਦਾ। ਤੇ ਉਹੀ ਪੰਜਾਬ ਦੇਖ ਰਿਹਾ ਇਹ ਸੱਤਾ ਸਾਂਭਣ ਵਾਲੇ ਜੰਮੂ ਕਸ਼ਮੀਰ ਦੀ ਹੋਂਦ ਨੂੰ ਖਤਮ ਕਰਕੇ ਉਹ ਤੇ ਦਸਤਖਤ ਕਰਕੇ ਆਏ ਨੇ, ਜਿਹੜੇ ਸਿਆਸੀ ਮੌਤ ਦੇ ਵਾਰੰਟ ਨੇ ਇਹਨਾਂ ਦੇ, ਉਹ ਸਾਹਮਣੇ ਆ ਗਏ। ਇਹਨਾਂ ਗੱਲਾਂ ਨੂੰ ਸੋਚੇ ਵਿਚਾਰੇ ਬਿਨਾ, ਉਦੋਂ ਢੀਂਡਸੇ ਨੇ ਆਏ ਕਿਹਾ ਸੀ, ਉਦੋਂ ਬੀਬੀ ਨੇ ਆਏ ਕਿਹਾ ਸੀ, ਉਦੋਂ ਉਹਨੇ ਆਏ ਕਿਹਾ ਸੀ, ਇਹਦੇ ਨਾਲ ਕੋਈ ਮਸਲੇ ਦਾ ਹੱਲ ਨਹੀਂ ਨਿਕਲਦਾ। ਨਹੀਂ ਮਾਲੀ ਸਾਹਿਬ ਤੁਸੀਂ ਬੜੇ ਸਿਆਣੇ ਹੋ। ਮਾਲੀ ਸਾਹਿਬ ਇੱਕ ਸਵਾਲ ਦਾ ਮੈਨੂੰ ਜਵਾਬ ਦਿਓ। ਮਾਲੀ ਸਾਹਿਬ, ਤੁਸੀਂ ਜੇ ਬਾਦਲ ਪਰਿਵਾਰ ਨੂੰ ਪਾਸੇ ਕਰਤਾ, ਸ਼੍ਰੋਮਣੀ ਅਕਾਲੀ ਦਲ ਚਲਾ ਲੂਗਾ ਇਹਨਾਂ ਚੋਂ ਕੋਈ? ਦੇਖੋ ਜੀ, ਇਹ ਤਾਂ ਇਹ ਜਾਣਦੇ, ਮੈਂ ਨਹੀਂ ਕਹਿ ਸਕਦਾ। ਮੈਂ ਤਾਂ ਕਹਿੰਦਾ ਬੰਦੇ ਬਦਲ ਨਾਲ ਮਸਲਾ ਹੱਲ ਨਹੀਂ ਹੋਣਾ। ਇਹ ਤਾਂ ਜਦੋਂ ਪਾਰਟੀ ਹਾਰਦੀ ਹੈ ਤਾਂ ਪ੍ਰਧਾਨ ਅਸਤੀਫੇ ਦਿੰਦੇ ਨੇ। ਕਿੰਨੀਆਂ ਪਾਰਟੀਆਂ ਦੇ ਪ੍ਰਧਾਨ ਅਸਤੀਫੇ ਦਿੰਦੇ ਨੇ। ਇਹਨਾਂ ਨੇ ਕੋਈ ਹੁਣ ਇਹਨਾਂ ਦੀ ਜੱਦੀ ਜਾਇਦਾਦ ਹੈ ਅਕਾਲੀ ਦਲ ਵੀ, ਇਹਨਾਂ ਨੇ ਲਿਖਾ ਲਿਆ ਸਾਰੀ ਪਾਰਟੀ ਖੇਰੂ ਹੋ ਗਈ, ਹਮ ਤਾਂ ਪ੍ਰਧਾਨ ਰਹੇਂਗੇ ਜੀ। ਪਹਿਲਾਂ ਵੀ ਅਸਤੀਫੇ ਦਿੰਦੇ ਰਹੇ ਨੇ, ਮੋਰਲ ਤੋਂ ਨੈਤਿਕ ਤੌਰ ਤੇ ਆ। ਇਹ ਕਹਿੰਦੇ ਨੇ ਅਸੀਂ ਹੱਕਾਂ ਲਈ ਲੜਦਾ ਰਿਹਾ ਅਕਾਲੀ ਦਲ। ਇਹ ਤਾਂ ਇਤਿਹਾਸ ਲਿਖਿਆ ਹੋਇਆ। ਪਰ ਇਹ ਕਿਹੜੇ ਹੱਕਾਂ ਲਈ ਲੜੇ ਨੇ? 1996 ਤੋਂ ਬਾਅਦ ਇਹਨਾਂ ਨੇ ਹਮੇਸ਼ਾ ਪੰਜਾਬ ਦੇ ਹੱਕ ਗਿਰਵੀ ਕੀਤੇ ਨੇ। GST ਨਾਲ ਇਹ ਸਹਿਮਤ, ਕਿਸਾਨ ਬਿੱਲਾਂ ਨਾਲ ਇਹ ਸਹਿਮਤ, ਜੰਮੂ ਕਸ਼ਮੀਰ ਦੀ ਹੋਂਦ ਖਤਮ ਕਰਨ ਨਾਲ ਇਹ ਸਹਿਮਤ। ਜਿਹੜੇ ਅੱਡ ਹੋਏ ਨੇ ਉਹ ਵੀ ਕਿੰਨੇ ਸਹਿਮਤ ਨੇ। ਉਹ ਕਹਿੰਦੇ ਨੇ ਅਸੀਂ ਗਲਤੀਆਂ ਫਰੋਲਾਂਗੇ, ਜਦੋਂ ਫਰੋਲਣਗੇ ਸਾਹਮਣੇ ਆ ਜਾਣਗੀਆਂ। ਜੇ ਕੋਈ ਚੰਗੀ ਗੱਲ ਕਹਿਣਗੇ, ਮੈਂ ਕੀ, ਫਿਰ ਪੰਜਾਬ ਇਹ ਕਹੂ ਹਾਂ ਭਾਈ ਚੰਗੀ ਗੱਲ ਆ। ਅਕਾਲ ਤਖਤ ਦਾ ਜਥੇਦਾਰ, ਉਹਦੀ ਪਦਵੀ ਕੀ ਹੋਣੀ ਚਾਹੀਦੀ ਆ, ਸੇਵਾ ਸ਼ਰਤਾਂ ਕੀ ਹੋਣੀ ਚਾਹੀਦੀਆਂ, ਕਿੱਥੇ ਗਈਆਂ ਹਦਾਇਤਾਂ ਦੀ? TV ਚੈਨਲ ਆਪਦਾ ਹੋਣਾ ਚਾਹੀਦਾ। PTC ਆ ਜਿਹੜਾ, ਉਹਦਾ ਇੱਕ ਅਧਿਕਾਰ ਨਹੀਂ ਹੋਣਾ ਚਾਹੀਦਾ। ਤੁਸੀਂ ਸਿਆਸਤ ਕਾਰਖਾਨੇ ਤਾਂ ਬਣਾ ਲਈ, ਸਿਆਸਤ ਵਪਾਰ ਬਣਾ ਲਿਆ। ਧਰਮ ਪ੍ਰਚਾਰ ਆ ਜਿਹੜਾ, ਉਹ ਵਪਾਰ ਬਣਾ ਲਿਆ। ਫਿਰ ਦੋਸ਼ ਲਾਈ ਜਾਓ ਤੁਸੀਂ ਇੱਕ ਦੂਜੇ ਤੇ, ਇਹਦੇ ਨਾਲ ਕੀ ਮਸਲਾ ਹੱਲ ਹੋ ਜੂ? ਇਹਦੇ ਨਾਲ ਨਾ ਪੰਜਾਬੀ ਪਾਰਟੀ ਬਣਨੀ ਆ, ਨਾ ਖੇਤਰੀ ਪਾਰਟੀ ਬਣਨੀ ਆ। ਸੋਚ ਬਦਲ ਦੀ ਲੋੜ ਆ। ਮੁੜ ਕੇ ਮੂਲ ਨਾਲ ਜੁੜਨ ਦੀ ਲੋੜ ਆ। 1920 ਅਸਲੀ ਅਕਾਲੀ ਦਲ, ਮੂਲ ਅਕਾਲੀ ਦਲ ਰੱਖੀ ਜਾਓ, ਨਾਮਾਂ ਨਾਲ ਕੀ ਫਰਕ ਪੈਂਦਾ ਜੀ? ਚਲੋ ਸਿਆਸਤ
ਫਰਕ ਨਹੀਂ। ਇਹ ਜਿਹੜੀ ਗੱਲ ਕਹਿ ਰਹੇ ਨੇ ਵੱਡੇ ਬਾਦਲ ਸਾਹਿਬ ਨੇ ਉੱਤੇ ਸੱਤਾ ਦਾ ਕੇਂਦਰੀਕਰਨ ਕਰਕੇ ਹੇਠਾਂ ਸੂਬੇਦਾਰ ਬਣਾਏ ਹੋਏ ਸੀ। ਉੱਥੇ ਬ੍ਰਹਮਪੁਰਾ ਜੀ, ਇੱਥੇ ਢੀਂਡਸਾ, ਇਹ ਜਿਹੜੇ ਸੁਖਵੀਰ ਤੇ ਆਏ ਨੇ ਮਜੀਠਾ, ਇਹਨਾਂ ਨੇ ਇਹਨਾਂ ਦੀਆਂ ਨਾਇਬ ਸੂਬੇਦਾਰੀਆਂ ਭੰਨਤੀਆਂ। ਰੌਲਾ ਤਾਂ ਇੱਥੋਂ ਪਿਆ ਸਭ ਜ਼ਿਆਦੇ। ਚਲੋ ਸਾਰਿਆਂ ਦੀਆਂ ਬਣਿਆ ਨਾ ਜੀ। ਕੁੱਲ ਮਿਲਾ ਕੇ ਮਾਲੀ ਸਾਹਿਬ ਜਿਹੜੇ ਤੁਸੀਂ ਕਮੈਂਟ ਦਿੱਤੇ ਅਕਾਲੀ ਦਲ ਨੂੰ ਸਵਾਲ ਪੜਚੋਲ ਕਰਨ ਦੀ ਲੋੜ ਹੈਗੀ। ਬਹੁਤ ਧੰਨਵਾਦ ਮਿਸਟਰ ਮਾਲੀ ਤੁਹਾਡਾ, ਜਿੰਦਰ ਸਾਹਿਬ ਤੁਹਾਡਾ ਬਹੁਤ ਧੰਨਵਾਦ, ਮਿਸਟਰ ਸੋਢੀ ਤੁਹਾਡਾ ਬਹੁਤ ਧੰਨਵਾਦ, ਮਿਸਟਰ ਗੋਸ਼ਾ ਤੁਹਾਡਾ ਬਹੁਤ ਧੰਨਵਾਦ। ਕੁੱਲ ਮਿਲਾ ਕੇ ਅਕਾਲੀ ਦਲ ਨੂੰ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ, ਚਾਹੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਹੈ, ਚਾਹੇ ਹੋਰ ਅਕਾਲੀ ਦਲ ਹੈ, ਉਹਨਾਂ ਨੂੰ ਸਵੈ ਪੜਚੋਲ ਕਰਨ ਦੀ ਜ਼ਰੂਰਤ ਹੈ। ਆਪਦੇ ਮੂਲ ਨਾਲ ਜੁੜਨ ਦੀ ਜ਼ਰੂਰਤ ਹੈਗੀ ਹੈ। ਜਿਹੜੀ ਖੇਤੀ ਧਿਰਾਂ ਵਾਲੀ ਭੂਮਿਕਾ ਹੈਗੀ ਹੈ ਉਸ ਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ। ਧਰਮ ਤੇ ਸਿਆਸਤ ਜਿਹੜੀ ਇਕੱਠੀ ਚੱਲਦੀ ਹੈ ਉਸ ਏਜੰਡੇ ਨੂੰ ਚੰਗੀ ਤਰ੍ਹਾਂ ਲਾਗੂ ਕਰਨ ਦੀ ਜ਼ਰੂਰਤ ਹੈ। ਸਵਾਲ ਬਹੁਤ ਸਾਰੇ ਹੈ, ਧਰਮ ਨੂੰ ਕੌਣ ਉੱਪਰ ਰੱਖ ਕੇ ਚੱਲਦਾ ਤੇ ਸਿਆਸਤ ਨੂੰ ਕੌਣ ਪਿੱਛੇ ਕਰ ਰਿਹਾ, ਤੇ ਸਿਆਸਤ ਨੂੰ ਕੌਣ ਉੱਪਰ ਕਰ ਰਿਹਾ ਤੇ ਧਰਮ ਨੂੰ ਕੌਣ ਪਿੱਛੇ ਕਰ ਰਿਹਾ। ਇਹ ਸਾਰੀਆਂ ਚਰਚਾਵਾਂ ਜਿਹੜੀਆਂ ਉਹ ਤਿੱਕਰ ਚੱਲਦੀਆਂ ਰਹਿਣਗੀਆਂ ਜਦੋਂ ਤਿੱਕਰ ਅਕਾਲੀ ਦਲ ਆਪਣੀ ਖੇਤਰੀ ਧਿਰ ਵਾਲੀ ਭੂਮਿਕਾ ਦੇ ਵਿੱਚ ਵਾਪਸ ਨਹੀਂ ਮੁੜਦਾ, ਚਾਹੇ ਉਹ ਕੋਈ ਵੀ ਧਿਰ ਹੋਵੇ। ਬਹੁਤ ਧੰਨਵਾਦ।